ਹੈਲੋ ਸਾਰਿਆਂ ਦਾ ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਨੇਪਟਲ ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਸਵਾਗਤ ਹੈ। ਪਿਛਲੀਆਂ ਕਲਾਸਾਂ ਵਿੱਚ ਅਸੀਂ ਮੈਨੂਅਲ ਡਰਾਇੰਗ ਨੂੰ ਕਵਰ ਕੀਤਾ ਹੈ ਅਤੇ ਫਿਰ ਅੱਗੇ ਜਾ ਕੇ ਸਰਫੇਸ ਮਾਡਲਿੰਗ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਹੁਣ ਅਸੀਂ ਸਾਫਟਵੇਅਰ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਦਾ ਨਾਮ SolidWorks ਹੈ। ਇਹ ਮੈਨੂਫੈਕਚਰਿੰਗ ਸੈਕਟਰ ਵਿੱਚ ਬਹੁਤ ਮਸ਼ਹੂਰ ਸਾਫਟਵੇਅਰ ਹੈ ਅਤੇ ਅਸੀਂ ਇਸ ਸਾਫਟਵੇਅਰ ਦੀ ਵਰਤੋਂ ਬਾਰੇ ਵੀ ਕੁਝ ਵਿਚਾਰ ਰੱਖਣ ਦੀ ਕੋਸ਼ਿਸ਼ ਕਰਾਂਗੇ। ਸਭ ਦਾ ਸਵਾਗਤ ਹੈ। ਕਿਸੇ ਵੀ ਸਾਫਟਵੇਅਰ ਨਾਲ ਸ਼ੁਰੂ ਕਰਨ ਲਈ, ਜਿਸ ਦੀ ਵਰਤੋਂ ਚੀਜ਼ਾਂ ਡਿਜ਼ਾਈਨ ਕਰਨ ਅਤੇ ਡਰਾਫਟ ਕਰਨ ਲਈ ਹੁੰਦੀ ਹੈ, ਖਾਸ ਤੌਰ ਤੇ ਅਸੀਂ ਆਬਜੈਕਟ ਡਿਜ਼ਾਈਨ ਕਰਨ ਲਈ ਕੰਪਿਊਟਰ ਦੀ ਵਰਤੋਂ ਕਰਦੇ ਹਾਂ, ਉਸ ਪ੍ਰੋਸੈਸ ਜਿਸ ਨੂੰ ਅਸੀਂ ਕੰਪਿਊਟਰ ਐਡਡ ਡਿਜ਼ਾਈਨ ਕਹਿੰਦੇ ਹਾਂ। ਅਤੇ ਅਸੀਂ ਜੋ ਵੀ ਸਾਫਟਵੇਅਰ ਵਰਤਦੇ ਹਾਂ, ਉਸ ਨੂੰ CAD ਸਾਫਟਵੇਅਰ ਕਿਹਾ ਜਾਂਦਾ ਹੈ। ਇਸ ਕੰਪਿਊਟਰ ਐਡਡ ਡਿਜ਼ਾਈਨ ਵਿੱਚ, ਮੂਲ ਰੂਪ ਵਿੱਚ, ਪਹਿਲਾ ਡਰਾਫਟਿੰਗ ਅਤੇ ਦੂਜਾ ਡਿਜ਼ਾਈਨਿੰਗ ਸ਼ਾਮਲ ਹੁੰਦਾ ਹੈ। ਡਰਾਫਟਿੰਗ ਐਂਡ ਡਿਜ਼ਾਈਨਿੰਗ ਵਿੱਚ ਮੁੱਖ ਡਿਫਰੈਂਸ ਇਹ ਹੈ ਕਿ ਇੱਕ ਕਾਇੰਡ ਦੇ ਸਕੈਚ ਪਾਰਟ ਹੁੰਦੇ ਹਨ, ਜੋ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈ। ਪਰ ਜਦੋਂ ਤੁਸੀਂ ਡਿਜ਼ਾਈਨ ਕਰ ਰਹੇ ਹੋ ਤਾਂ ਹੋਰ ਮੁੱਦੇ ਹੋ ਸਕਦੇ ਹਨ ਜਿਵੇਂ ਕਿ ਮੈਨੂਫੈਕਚਰਿੰਗ ਮੁੱਦੇ ਜਾਂ ਸ਼ਾਇਦ ਮਟੀਰੀਅਲ ਦੀ ਸਟਰੇਂਥ ਦੇ ਮਾਮਲੇ, ਜੋ ਅਸੀਂ ਵਰਤ ਰਹੇ ਹਾਂ ਅਤੇ ਹੋਰ। ਇਹ ਥਿੰਗ ਇਸ ਲਈ ਬਦਲ ਸਕਦੀਆਂ ਹਨ। ਆਮ ਤੌਰ ਤੇ ਇਸ ਡਰਾਫਟ ਨੂੰ ਹਮੇਸ਼ਾ ਡਿਜ਼ਾਈਨਿੰਗ ਨਾਲ ਜੋੜਿਆ ਜਾਂਦਾ ਹੈ, ਅਤੇ ਇਸ CAD ਸਾਫਟਵੇਅਰ ਦੇ ਜ਼ਿਆਦਾਤਰ ਕੰਮ ਦੋਵੇਂ ਹੀ ਕਰਦੇ ਹਨ। CAD ਸਾਫਟਵੇਅਰ ਵਿੱਚ ਇੰਡਸਟਰੀਅਲ ਓਬਜੈਕਟ ਜਿਵੇਂ ਕਿ ਮਕੈਨੀਕਲ ਓਬਜੈਕਟ ਦਾ ਨਿਰਮਾਣ ਹੁੰਦਾ ਹੈ, ਅਤੇ ਉਹ ਕਲਾਤਮਕ ਵਿਚਾਰਾਂ ਦੀ ਨੁਮਾਇੰਦਗੀ ਕਰਨਗੇ। ਦੋਵੇਂ ਕਿਸੇ ਵੀ CAD ਸਾਫਟਵੇਅਰ ਦੁਆਰਾ ਸੰਭਵ ਹਨ। ਇੱਥੋਂ ਤੱਕ ਕਿ ਫਿਲਮ, ਐਨੀਮੇਸ਼ਨਾਂ ਅਤੇ ਵੀਡੀਓ ਗੇਮਾਂ ਲਈ ਵੀ ਅੱਜਕੱਲ੍ਹ ਲੋਕ CAD ਸਾਫਟਵੇਅਰ ਵਰਤ ਰਹੇ ਹਨ। ਖਾਸ ਕਰਕੇ ਅੱਜਕੱਲ੍ਹ ਮੈਨੂਫੈਕਚਰਿੰਗ ਸੈਕਟਰ ਵਿੱਚ 3D ਪ੍ਰਿੰਟਿੰਗ ਇੱਕ ਪ੍ਰਸਿੱਧ ਮੰਤਰਾ ਹੈ, ਅਤੇ CAD ਸਾਫਟਵੇਅਰ ਇਹਨਾਂ 3D ਸਮੱਗਰੀਆਂ ਨੂੰ ਤਿਆਰ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਮੇਰੇ ਅਨੁਭਵ ਦੇ ਬੇਸ ਤੇ, ਅਸੀਂ ਇਸ ਸਾਫਟਵੇਅਰ ਨੂੰ ਦੋ ਪਾਰਟ ਵਿੱਚ ਡਿਵਾਈਡ ਕਰ ਰਹੇ ਹਾਂ। ਇੱਕ ਮੁਫਤ ਵਿੱਚ ਉਪਲਬਧ ਹੈ, ਜਾਂ ਤੁਸੀਂ ਇੱਕ ਬਹੁਤ ਹੀ ਪਾਰਸ਼ਲ ਅਮਾਉਂਟ ਅਦਾ ਕਰਦੇ ਹੋ, ਅਤੇ ਦੂਜਾ ਪੇਡ ਸਾਫਟਵੇਅਰ ਹੈ। ਹਰੇਕ ਦਾ ਆਪਣਾ ਲਾਭ ਹੈ। ਉਦਾਹਰਨ ਲਈ ਮੁਫਤ ਸਾਫਟਵੇਅਰ ਜਿਸ ਲਈ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਹੈ, ਤੁਸੀਂ ਸਿਰਫ ਇਸ ਦਾ ਅਭਿਆਸ ਕਰ ਸਕਦੇ ਹੋ, ਸਿੰਪਲ ਸਕੈਚਸ ਬਣਾ ਸਕਦੇ ਹੋ। ਉਹ ਬਹੁਤ ਸਿੰਪਲ ਥਿੰਗ ਹੋ ਸਕਦੀਆਂ ਹਨ, ਉਹਨਾਂ ਦੇ ਵੱਡੇ ਓਬਜੈਕਟ ਨਹੀਂ ਹੋ ਸਕਦੇ ਹਨ ਜੋ ਅਸੀਂ ਹੋਰ ਥਿੰਗ ਸਪੋਰਟ ਨਹੀਂ ਕਰ ਸਕਦੇ। ਅਤੇ ਬਹੁਤ ਸਾਰੇ ਵਿਕਲਪ ਗੁੰਮ ਹੋ ਸਕਦੇ ਹਨ, ਪਰ ਫਿਰ ਵੀ ਇਸ ਦੇ ਨਾਲ ਸ਼ੁਰੂ ਕਰਨਾ ਇੱਕ ਚੰਗਾ ਸਟੈਪ ਹੈ। ਇਸ ਦੇ ਲਈ ਅਸੀਂ ਸ਼੍ਰੇਣੀਬੱਧ ਕਰ ਰਹੇ ਹਾਂ। ਟਿੰਕਰਕੈਡ ਕੋਈ ਦੀ ਵਰਤ ਸਕਦਾ ਹੈ, ਜਾਂ ਮੁਫਤ CAD, ਬਲੋਕਸ, ਫਿਊਜ਼ਨ 360 ਡਿਗਰੀ, ਅਤੇ ਓਪਨ ਸਕੈਡ। ਇਹ ਮੁਫਤ ਸਾਫਟਵੇਅਰ ਹਨ। ਹੋਰ ਕਿਸਮਾਂ ਵੀ ਹਨ। ਇੰਡਸਟਰੀ ਮੁੱਖ ਤੌਰ ਤੇ ਪੇਡ ਪੈਕੇਜ ਲੈਂਦੀ ਹੈ ਕਿਉਂਕਿ ਉਹਨਾਂ ਨੂੰ ਮਟੀਰੀਅਲ ਤਿਆਰ ਅਤੇ ਡਿਜ਼ਾਈਨ ਕਰਨ ਦੇ ਟਰਮਜ਼ ਵਿੱਚ ਬਹੁਤ ਸਾਰੇ ਫਾਇਦੇ ਹਨ। ਸ਼ਾਇਦ ਤੁਸੀਂ ਜੈਟ ਇੰਜਨ ਨਾਲ ਗੈਸ ਟਰਬਾਈਨ ਬਲੇਡ ਵੀ ਤਿਆਰ ਕਰਨਾ ਚਾਹੁੰਦੇ ਹੋ। ਫਿਰ ਇਸ ਦੇ ਬਹੁਤ ਸਾਰੇ ਡੇਟਾ ਨੂੰ ਅਸਲ ਵਿੱਚ ਕਿਸੇ ਦਰਸਾਉਣਾ ਹੁੰਦਾ ਹੈ। ਮੁਫਤ ਸਾਫਟਵੇਅਰ ਇਸ ਨੂੰ ਹੈਂਡਲ ਨਹੀਂ ਕਰ ਸਕਦਾ, ਪਰ ਇਹ ਪੇਡ ਸਾਫਟਵੇਅਰ ਕੰਮ ਕਰ ਸਕਦੇ ਹਨ। ਸਟੋਰੇਜ ਦੇ ਟਰਮਜ਼ ਵਿੱਚ ਕਈ ਵਿਕਲਪ ਵੱਖ-ਵੱਖ ਕਾਇੰਡ ਦੇ ਰੰਗ ਦਿੰਦੇ ਹਨ, ਸ਼ਾਇਦ ਤੁਹਾਨੂੰ ਸਿਮੂਲੇਸ਼ਨ ਵੀ ਪ੍ਰਦਾਨ ਕਰ ਸਕੇ। ਇਹ ਵਾਧੂ ਇਨਫੋਰਮੇਸ਼ਨ ਵੀ ਇਹ ਪੇਡ ਸਾਫਟਵੇਅਰ ਪ੍ਰਦਾਨ ਕਰਦਾ ਹੈ। ਪ੍ਰਸਿੱਧ ਥਿੰਗ ਵਿੱਚੋਂ ਇੱਕ SolidWorks ਹੈ। ਦੂਸਰੇ AutoCAD, CATIA, Creo ਅਤੇ Rhino ਹਨ। ਉੱਥੇ ਹੋਰ ਚੀਜ਼ਾਂ ਵੀ ਹਨ, ਪਰ ਇਹ ਪ੍ਰਸਿੱਧ ਸਾਫਟਵੇਅਰ ਹਨ ਜੋ ਇੰਡਸਟਰੀ ਲੈਵਲ ਤੇ ਖਾਸ ਤੌਰ ਤੇ ਮੈਨੂਫੈਕਚਰਿੰਗ ਇੰਡਸਟਰੀਜ਼ ਵਿੱਚ ਵਰਤੇ ਜਾਂਦੇ ਹਨ। SolidWorks ਅਤੇ AutoCAD ਪ੍ਰਸਿੱਧ ਵਿਕਲਪ ਹਨ। ਸਭ ਤੋਂ ਪਹਿਲਾਂ ਆਓ ਇਸ SolidWorks ਸਾਫਟਵੇਅਰ ਨੂੰ ਤੁਰੰਤ ਰਿਵਾਈਜ਼ ਕਰੀਏ। ਇਹ SolidWorks ਸਾਫਟਵੇਅਰ ਮੁੱਖ ਤੌਰ ਤੇ ਡੈਸੋਲਟ ਸਿਸਟਮ ਦੁਆਰਾ ਹੈਂਡਲ ਕੀਤਾ ਜਾਂਦਾ ਹੈ, ਅਤੇ ਖਾਸ ਤੌਰ ਤੇ ਪੇਸ਼ੇਵਰ 3D ਡਿਜ਼ਾਈਨਿੰਗ ਲਈ। ਇਹ SolidWorks
ਬਹੁਤ ਮਦਦ ਕਰਦਾ ਹੈ। ਇੱਥੇ ਅਸੀਂ SolidWorks ਦੀ ਵਰਤੋਂ ਕਰਕੇ ਬਣਾਈ ਗਈ ਪਿਕਚਰ ਦਿਖਾ ਰਹੇ ਹਾਂ। ਇੱਥੇ ਇੱਕ ਹੈਲੀਕਾਪਟਰ ਬਲੇਡ ਹੈ, ਇੱਕ ਵਧੀਆ ਸ਼ੇਡ ਅਤੇ ਹੋਰ ਮਟੀਰੀਅਲ ਹੈ। ਅਜਿਹੇ ਆਬਜੈਕਟ ਨੂੰ ਅਸੀਂ SolidWorks ਦੀ ਵਰਤੋਂ ਕਰਕੇ ਕੰਸਟਰਕਟ ਕਰ ਸਕਦੇ ਹਾਂ। ਅਸਲ ਵਿੱਚ ਤੁਸੀਂ ਬਲੇਡਸ ਨੂੰ ਰੋਟੇਟ ਕਰ ਸਕਦੇ ਹੋ ਅਤੇ ਥਿੰਗਸ ਨੂੰ ਓਬਜ਼ਰਵ ਵੀ ਕਰ ਸਕਦੇ ਹੋ। ਭਾਵੇਂ ਜੇ ਕੋਈ ਵਿਅਕਤੀ ਗਰਿਡ ਜਨਰੇਸ਼ਨ ਲਈ ਹੋਰ ਵਿਸ਼ੇਸ਼ ਕੰਟੀਨਿਊਮ ਮੈਕੈਨਿਕਸ ਅਤੇ ਹੋਰ ਤਕਨੀਕਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, SolidWorks ਹਮੇਸ਼ਾ ਮਦਦਗਾਰ ਹੁੰਦਾ ਹਨ। ਸਿਮਿਲਰਲੀ ਇੱਥੇ ਮੈਂ ਤੁਹਾਨੂੰ ਇੱਕ ਹੋਰ ਇੰਡਸਟਰੀਅਲ ਪ੍ਰੋਸੈਸ ਦਿਖਾ ਰਿਹਾ ਹਾਂ, ਜਿਵੇਂ ਕਿ ਕਨਵੇਅਰ ਬੈਲਟਸ। ਇਸ ਵਿੱਚ ਬਹੁਤ ਸਾਰੇ ਪਾਰਟਸ ਸ਼ਾਮਲ ਹੁੰਦੇ ਹਨ, ਜਿਵੇਂ ਕਿ ਰੋਲਰ ਬੇਅਰਿੰਗਾਂ ਦਾ ਮੁੱਖ ਸਟਰਕਚਰ, ਇੱਕ ਸ਼ੇਡ ਅਤੇ ਬਹੁਤ ਸਾਰੀਆਂ ਥਿੰਗਸ ਹਨ। ਇਸ ਕਿਸਮ ਦੀ ਵਿਜ਼ੂਅਲਾਈਜ਼ੇਸ਼ਨ ਨੂੰ SolidWorks ਵਾਲੇ ਸੌਫਟਵੇਅਰ ਦੁਆਰਾ ਪਾਲਿਸ਼ ਕੀਤਾ ਜਾਂਦਾ ਹੈ। ਅਤੇ ਇਹ ਸਾਫਟਵੇਅਰ ਮੂਲ ਰੂਪ ਵਿੱਚ ਪੈਰਾਮੀਟਰਿਕ ਫੀਚਰ ਆਧਾਰਿਤ ਮਾਡਲ ਤੇ ਬੇਸਡ ਹੈ। ਪਿਛਲੀ ਕਲਾਸ ਵਿੱਚ ਅਸੀਂ ਪੈਰਾਮੀਟਰਿਕ ਪਰਿਵਰਤਨ ਦੇਖਿਆ ਹੈ, ਮਤਲਬ ਕਿ ਤੁਸੀਂ ਸਰਫੇਸ ਵਰਗੀ ਕੋਈ ਚੀਜ਼ ਕੰਸਟਰਕਟ ਕਰਨਾ ਚਾਹੁੰਦੇ ਹੋ। ਤੁਹਾਡੇ ਕੋਲ ਸਿਰਫ ਵੱਖਰੀ ਇਨਫੋਰਮੇਸ਼ਨ ਹੈ, ਉੱਥੇ ਤੋਂ ਕੋਈ ਵਿਅਕਤੀ ਅਸਲ ਵਿੱਚ ਬਾਕੀ ਬਚੇ ਪੁਆਇੰਟਸ ਨੂੰ ਕੰਸਟਰਕਟ ਅਤੇ ਬਿਹਤਰ ਤਰੀਕੇ ਨਾਲ ਕਲਪਨਾ ਕਰਨ ਦੀ ਪੋਜੀਸ਼ਨ ਵਿੱਚ ਹੋਵੇਗਾ। ਇਸ ਸੌਫਟਵੇਅਰ ਦੁਆਰਾ ਇਸ ਕਿਸਮ ਦੀ ਪੈਰਾਮੀਟਰਿਕ ਵੇਰੀਏਸ਼ਨ ਸੰਭਵ ਹੈ, ਅਤੇ ਇਸ ਵਿੱਚ ਰਿਵਰਸ ਇੰਜੀਨੀਅਰਿੰਗ ਵੀ ਸ਼ਾਮਲ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਪਹਿਲਾਂ ਹੀ ਆਬਜੈਕਟ ਕੰਸਟਰਕਟ ਕਰ ਲਿਆ ਹੈ ਤਾਂ ਤੁਸੀਂ ਓਬਜ਼ਰਵ ਕਰ ਸਕਦੇ ਹੋ ਕਿ ਕਿਸ ਕਾਇੰਡ ਦਾ ਮਟੀਰੀਅਲ, ਕਿਸ ਕਾਇੰਡ ਦੇ ਡਾਇਮੈਂਸ਼ਨ ਅਸਲ ਵਿੱਚ ਵਿਸ਼ਲੇਸ਼ਣ ਕਰਨਾ ਕਿਵੇਂ ਸੰਭਵ ਹੈ। ਅਤੇ ਖਾਸ ਤੌਰ ਤੇ SolidWorks ਨਰਵਸ ਸਿਸਟਮ ਦੀ ਵਰਤੋਂ ਕਰਦੇ ਹਨ। ਅਸੀਂ ਇਸ ਪਿਛਲੀ ਸ਼੍ਰੇਣੀ ਵਿੱਚ ਦੇਖਿਆ ਹੈ, ਜਦੋਂ ਅਸੀਂ ਇਸ ਸਰਫੇਸ ਮਾਡਲਿੰਗ ਨੂੰ ਕੰਸਟਰਕਟ ਕਰਨ ਜਾ ਰਹੇ ਹਾਂ ਤਾਂ ਸਾਡੇ ਕੋਲ ਵੱਖ-ਵੱਖ ਸਟ੍ਰੈਟੇਜੀਜ਼ ਹਨ, ਜਿਵੇਂ ਕਿ ਬੀਜ਼ੀਅਰ ਕਰਵਜ਼, ਬੀਜ਼ੀਅਰ ਸਰਫੇਸ ਅਤੇ ਕੂਨ ਸਰਫੇਸ ਆਦਿ। ਪ੍ਰਸਿੱਧ ਮੇਥਡ ਵਿੱਚੋਂ ਇੱਕ, ਜੋ ਤੁਹਾਡੇ BS ਵਿੱਚ SolidWorks ਦੀ ਵਰਤੋਂ ਕਰਨ ਵਾਲੇ ਇਹ ਸਪੋਰਟ ਉਪਲਬਧ ਹੈ। ਅਤੇ ਇਹ ਮੁੱਖ ਤੌਰ ਤੇ ਪਾਲੀਗੋਨਲ ਮਾਡਲਿੰਗ ਦੀ ਵਰਤੋਂ ਕਰਦਾ ਹੈ। ਇਸ ਲਈ ਸਰਫੇਸ ਕੰਸਟਰਕਸ਼ਨ ਲਈ ਅਸੀਂ ਦੇਖਿਆ ਹੈ ਕਿ ਇਹ ਬਹੁਭੁਜ ਬਿਹਤਰ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਕਿਵੇਂ ਮਦਦਗਾਰ ਹੁੰਦੇ ਹਨ। ਅਤੇ ਇਹ ਵੀ ਅਤੇ ਡਾਇਮੈਂਸ਼ਨਲ ਸਕੈਚਿੰਗ ਦਾ ਸਪੋਰਟ ਕਰਦਾ ਹੈ, ਅਤੇ ਇਹਨਾਂ ਸਕੈਚਾਂ ਨੂੰ ਕੰਸਟਰਕਟ ਕਰਨ ਦੇ ਮਾਮਲੇ ਵਿੱਚ ਘੱਟ ਹੈਂਡਲਿੰਗ ਕ੍ਰੀਏਟ ਕਰਦਾ ਹੈ। ਜਦੋਂ ਅਸੀਂ SolidWorks ਬਾਰੇ ਸਿੱਖਣ ਜਾ ਰਹੇ ਹਾਂ ਤਾਂ ਕੁਝ ਉਦਾਹਰਣਾਂ ਦਾ ਅਭਿਆਸ ਕਰਨ ਦੀ ਕੋਸ਼ਿਸ਼ ਕਰੋ। ਅਸੀਂ ਦੇਖਾਂਗੇ ਕਿ ਅਸਲ ਵਿੱਚ 2D ਆਬਜੈਕਟਸ ਅਤੇ 3D ਆਬਜੈਕਟਸ ਨੂੰ ਕੰਸਟਰਕਟ ਕਰਨਾ ਕਿੰਨਾ ਆਸਾਨ ਹੈ। ਕੁਝ ਮੁੱਦੇ ਇਸ ਲਈ ਵੀ ਹਨ ਕਿਉਂਕਿ ਹਰ ਸੌਫਟਵੇਅਰ ਦੇ ਆਪਣੇ ਗੁਣ ਅਤੇ ਨੁਕਸਾਨ ਹੁੰਦੇ ਹਨ। ਕੁਝ ਕਮੀਆਂ ਜੋ ਕਿ ਬਹੁਤ ਮਾਮੂਲੀ ਥਿੰਗਸ ਹਨ। STL ਫਾਈਲਾਂ ਨੂੰ ਇੰਪੋਰਟ ਕਰਨ ਦੀ ਲਿਮਿਟਡ ਯੋਗਤਾ ਹੈ। ਪਰ ਅੱਜ ਕੱਲ੍ਹ SolidWorks ਇਹਨਾਂ ਫਾਈਲਾਂ ਲਈ ਇਹਨਾਂ ਵਿਸ਼ੇਸ਼ ਫਾਰਮੈਟਸ ਨੂੰ ਹੈਂਡਲ ਕਰਨ ਲਈ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਆ ਰਹੇ ਹਨ। ਉਦਾਹਰਨ ਲਈ ਇਹ ਆਪਣੀ ਕਾਇੰਡ ਦੀਆਂ ਫਾਈਲਾਂ ਨੂੰ ਸਪੋਰਟ ਕਰਦਾ ਹੈ, ਜਿਵੇਂ ਕਿ SLDPRT ਫਾਰਮੈਟ, ਮੂਲ ਰੂਪ ਵਿੱਚ SolidWorks ਪਾਰਟ ਮਾਡਲਿੰਗ, SolidWorks ਅਸੈਂਬਲੀ ਕਾਇੰਡ ਦੀਆਂ ਥਿੰਗਸ ਆਦਿ। ਪਰ ਜੇਕਰ ਕੋਈ ਪੁਰਾਣੇ ਕਾਇੰਡ ਦੇ ਫਾਰਮੈਟ ਜਿਵੇਂ ਕਿ STL ਕਾਇੰਡ ਦੇ ਫਾਰਮੈਟਾਂ ਦਾ ਆਦੀ ਹੈ, ਤਾਂ ਉਹਨਾਂ ਚੀਜ਼ਾਂ ਨੂੰ ਇੰਪੋਰਟ ਕਰਨਾ ਮਾਮੂਲੀ ਸਮੱਸਿਆ ਹੈ ਅਤੇ ਕਿਸੇ ਨੂੰ ਵਾਧੂ ਸਪੋਰਟ ਅਤੇ ਮੋਡਿਊਲ ਦੀ ਲੋੜ ਹੋ ਸਕਦੀ ਹੈ, ਜੋ ਕਿ ਬਹੁਤ ਮਾਮੂਲੀ ਗੱਲ ਹੈ। ਇੱਕ ਸ਼ੁਰੂ ਕਰਨ ਵਾਲੇ ਲਈ ਇਹ ਮੁੱਦਾ ਹੋ ਸਕਦਾ, ਪਰ ਇਹ ਆਸਾਨੀ ਨਾਲ ਹੈਂਡਲ ਹੋ ਸਕਦਾ ਹੈ। ਅਤੇ ਦੂਜੀ ਗੱਲ, ਜੇ ਤੁਸੀਂ STL ਫਾਈਲਾਂ ਡਾਊਨਲੋਡ ਅਤੇ ਐਡਿਟ ਕਰਨਾ ਚਾਹੁੰਦੇ ਹੋ ਤਾਂ ਇੱਕ ਸੈਕੰਡਰੀ ਪ੍ਰੋਗਰਾਮ ਦੀ ਲੋੜ ਹੈ, ਜਿਸ ਨੂੰ ਅਸੀਂ ਗਰੁੱਪਸ ਦੀ ਮਦਦ ਨਾਲ ਆਨਲਾਈਨ ਸਰੋਤਾਂ ਤੋਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਅਤੇ ਤੀਜਾ, ਫਾਈਲ ਫਾਰਮੈਟ ਬਹੁਤ ਜ਼ਿਆਦਾ ਇੱਕ ਆਉਟਪੁੱਟ ਫਾਈਲ ਫਾਰਮੈਟ ਹੈ ਅਤੇ ਪੋਸਟ ਡਿਜ਼ਾਈਨ ਪ੍ਰੋਸੈਸਿੰਗ ਲਈ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਇੱਕ ਵਾਰ ਜਦੋਂ ਤੁਸੀਂ ਉਸ ਨੂੰ ਕੰਸਟਰਕਟ ਕਰਦੇ ਹੋ, ਤੁਸੀਂ ਉਹਨਾਂ ਪਾਰਟਸ ਅਤੇ ਅਸੈਂਬਲੀਜ਼ ਨੂੰ ਐਡਿਟ ਕਰਨ ਲਈ ਸਿਰਫ SolidWorks ਵਰਤ ਸਕਦੇ ਹੋ। ਤੁਸੀਂ ਫਾਈਲ ਐਡਿਟ ਕਰਨ ਲਈ ਹੋਰ ਸੌਫਟਵੇਅਰ ਨਹੀਂ ਵਰਤ ਸਕਦੇ। ਇਹ ਸਪੋਰਟ ਬਹੁਤ ਘੱਟ ਹੈ। ਇਹ ਮਾਮੂਲੀ ਇਸ਼ੂ ਹਨ। SolidWorks ਨਾਲ ਜੁੜੇ ਹੋਏ ਅਸੀਂ ਇਹਨਾਂ ਮੁੱਦਿਆਂ ਨੂੰ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਕੋਈ ਮੁਸ਼ਕਲ ਨਹੀਂ ਹੈ। ਡਿਜ਼ਾਈਨਿੰਗ ਵਿੱਚ ਇੱਕ ਹੋਰ ਪ੍ਰਸਿੱਧ ਸਾਫਟਵੇਅਰ AutoCAD ਦੇ ਨਿਰਮਾਣ ਵਿੱਚ ਹੈ। ਅਤੇ ਇਹ AutoCAD ਮੁੱਖ ਤੌਰ ਤੇ 1982 ਦੇ ਸ਼ੁਰੂ ਵਿੱਚ Autodesk ਦੁਆਰਾ ਬਣਾਇਆ ਗਿਆ ਸੀ। ਕੰਪਿਊਟਰ ਦੀ ਵਰਤੋਂ ਕਰਕੇ ਡਰਾਫਟ ਕੰਸਟਰਕਟ ਕਰਨ ਦੇ ਮਾਮਲੇ ਵਿੱਚ ਇਹ ਪਹਿਲੇ ਪਾਇਨੀਅਰ ਹਨ। ਜੇਕਰ ਤੁਸੀਂ ਮੁੱਖ ਤੌਰ ਤੇ 2D ਪ੍ਰਿੰਟਿੰਗ, 2D ਡਰਾਫਟਿੰਗ, ਬਲੂਪ੍ਰਿੰਟਸ ਅਤੇ ਹੋਰ ਕਰ ਰਹੇ ਹੋ ਤਾਂ ਇਹ ਸਭ ਤੋਂ ਵਧੀਆ ਟੂਲ ਹੈ ਜੋ ਤੁਹਾਡੇ ਕੋਲ ਹੋ ਸਕਦਾ ਹੈ।
ਇਹ ਥਿੰਗਸ ਨੂੰ ਕੰਸਟਰਕਟ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ। ਅਤੇ ਖਾਸ ਤੌਰ ਤੇ ਜੇਕਰ ਤੁਸੀਂ ਕਿਸੇ ਵੀ ਵਰਕਸ਼ਾਪ ਮਸ਼ੀਨ ਸ਼ਾਪਸ ਤੇ ਜਾ ਰਹੇ ਹੋ, ਤਾਂ ਵੀ ਆਟੋਕੈਡ ਬਹੁਤ ਮਸ਼ਹੂਰ ਹੈ, ਕਿਉਂਕਿ ਤੁਸੀਂ ਆਪਣੀ ਇਨਫੋਰਮੇਸ਼ਨ ਨੂੰ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਭੇਜਣਾ ਚਾਹੁੰਦੇ ਹੋ। ਆਟੋਕੈਡ ਅਸਲ ਵਿੱਚ ਤੁਹਾਨੂੰ ਇਸ ਕਾਇੰਡ ਦੀ ਸਹੂਲਤ ਦਿੰਦਾ ਹੈ। ਮੈਕਰੋ ਸਕ੍ਰਿਪਟਾਂ ਵਿੱਚ ਮੁਹਾਰਤ ਹਾਸਲ ਕਰਨ ਲਈ ਸਿੱਖਣ ਦੀ ਕਰਵ ਜ਼ਿਆਦਾ ਹੈ ਅਤੇ ਸਿੰਪਲ ਪਾਰਟਸ ਤੋਂ ਪਰੇ ਹੈ। ਜੇਕਰ ਤੁਸੀਂ ਪ੍ਰੋਗਰਾਮਿੰਗ ਵਿੱਚ ਵਾਜਬ ਤੌਰ ਤੇ ਚੰਗੇ ਹੋ ਅਤੇ ਤੁਸੀਂ ਆਸਾਨੀ ਨਾਲ ਮੈਕਰੋ ਬਣਾ ਸਕਦੇ ਹੋ ਤਾਂ ਤੁਸੀਂ ਗੁੰਝਲਦਾਰ ਸਟਰਕਚਰ ਵੀ ਬਣਾ ਸਕਦੇ ਹੋ। ਅਤੇ ਇਹ ਮੁੱਖ ਤੌਰ ਤੇ ਪੇਸ਼ੇਵਰਾਂ ਲਈ ਹੈ ਅਤੇ ਜੋ ਚੀਜ਼ਾਂ ਨੂੰ ਅਲਗੋਰਿਦਮਿਕ ਤਰੀਕੇ ਨਾਲ ਕਰਨਾ ਪਸੰਦ ਕਰਦੇ ਹਨ। ਅਤੇ ਤੀਜਾ, 3 ਮਾਡਲ ਪ੍ਰਿੰਟਿੰਗ ਲਈ ਆਸਾਨੀ ਨਾਲ STL ਫਾਈਲਾਂ ਵਿੱਚ ਬਦਲ ਸਕਦੇ ਹਨ। ਜਦੋਂ ਤੁਸੀਂ ਪੁਰਾਣੀ ਸ਼ੈਲੀ ਦੇ ਫਾਰਮੈਟਾਂ ਜਿਵੇਂ ਕਿ STL ਥਿੰਗਸ ਕਰ ਰਹੇ ਹੋ ਤਾਂ ਆਟੋਕੈਡ ਅਸਲ ਵਿੱਚ ਬਹੁਤ ਵੱਡੀ ਮਦਦ ਕਰਦਾ ਹੈ। ਇਹ ਸਾਨੂੰ ਇੱਕ ਫਾਇਦਾ ਦਿੰਦਾ ਹੈ। ਅੱਜਕੱਲ੍ਹ ਆਟੋਕੈਡ ਮੋਬਾਈਲ ਅਤੇ ਵੈਬ ਐਪਾਂ ਤੇ ਵੀ ਆਟੋਕੈਡ 360 ਦੇ ਰੂਪ ਵਿੱਚ ਉਪਲਬਧ ਹੈ। ਇਸ ਦੇ ਲਿਮਿਟਡ ਵਰਜਨਸ ਹਨ। ਪੈਸੇ ਦਾ ਭੁਗਤਾਨ ਕਰਨ ਅਤੇ ਹੋਰ ਚੀਜ਼ਾਂ ਦੇ ਮਾਮਲੇ ਵਿੱਚ ਇਸ ਨਾਲ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਲਈ ਮੁਫਤ ਸੌਫਟਵੇਅਰ ਨਹੀਂ ਹੈ, ਤੁਹਾਨੂੰ ਪੇ ਕਰਨਾ ਪੈਂਦਾ ਹੈ। ਪਰ ਫਾਇਦਾ ਇਹ ਹੈ ਕਿ ਤੁਹਾਡੇ ਕੋਲ ਬਹੁਤ ਸੁੰਦਰ ਡਿਜ਼ਾਈਨ ਹੋਣਗੇ ਜੋ ਕੰਸਟਰਕਟ ਕੀਤੇ ਜਾ ਸਕਦੇ ਹਨ। ਜੇ ਇੱਕ ਪੇਸ਼ੇਵਰ ਹੋ ਤਾਂ ਇਹ ਤੁਹਾਨੂੰ ਵਸਤੂਆਂ ਨੂੰ ਡਿਜ਼ਾਈਨ ਕਰਨ ਦੇ ਮਾਮਲੇ ਵਿੱਚ ਬਹੁਤ ਮਦਦ ਦਿੰਦਾ ਹੈ। ਹੁਣ ਸਾਡੇ ਕੋਰਸ ਲਈ ਅਸੀਂ ਸੋਲਿਡਵਰਕਸ ਨੂੰ ਤਰਜੀਹ ਦਿੰਦੇ ਹਾਂ, ਕਿਉਂਕਿ ਇਹ ਬਹੁਤ ਹੀ ਸ਼ੁਰੂਆਤ ਕਰਨ ਵਾਲਿਆਂ ਲਈ ਹੈ ਜਿੱਥੇ ਉਹਨਾਂ ਨੂੰ ਪ੍ਰੋਗਰਾਮਿੰਗ ਹੁਨਰਾਂ ਦੀ ਥੋੜ੍ਹੀ ਜਿਹੀ ਵੀ ਲੋੜ ਨਹੀਂ ਹੁੰਦੀ ਹੈ। ਠੀਕ ਹੈ, ਤੁਸੀਂ ਇਹਨਾਂ ਸੋਲਿਡਵਰਕਸ ਨੂੰ ਲੱਭ ਸਕਦੇ ਹੋ ਤਾਂ ਜੋ ਤੁਸੀਂ ਸੋਲਿਡਵਰਕਸ ਬਾਰੇ ਜਾਣ ਸਕੋ। ਅੱਜਕੱਲ੍ਹ ਜ਼ਿਆਦਾਤਰ ਕਾਲਜਾਂ ਵਿੱਚ ਸੋਲਿਡਵਰਕਸ ਹੋ ਸਕਦੇ ਹਨ, ਸੋ ਅਸੀਂ ਤੁਹਾਨੂੰ ਸੋਲਿਡਵਰਕਸ ਬਾਰੇ ਸ਼ੁਰੂਆਤੀ ਗੱਲਾਂ ਸਿਖਾਉਣ ਜਾ ਰਹੇ ਹਾਂ। ਇੱਕ ਵਾਰ ਜਦੋਂ ਤੁਸੀਂ ਇਹ ਕਲਾਸ ਲੈਂਦੇ ਹੋ ਤਾਂ ਤੁਸੀਂ 3D ਓਬਜੈਕਟਸ ਨੂੰ ਕੰਸਟਰਕਟ ਕਰਨ ਵਿੱਚ ਥੋੜ੍ਹਾ ਬਹੁਤ ਕੰਫਰਟੇਬਲ ਹੋਵੋਗੇ। ਅਸੀਂ ਬਾਅਦ ਦੀਆਂ ਕਲਾਸਾਂ ਵਿੱਚ ਵੀ 3D ਓਬਜੈਕਟ ਦਾ ਅਭਿਆਸ ਕਰਾਂਗੇ। ਇਸ ਲਈ ਸੋਲਿਡਵਰਕਸ ਇੱਕ ਗ੍ਰਾਫਿਕਲ ਯੂਜ਼ਰ ਇੰਟਰਫੇਸ ਬੇਸਡ ਐਪਲੀਕੇਸ਼ਨ ਹੈ, ਜੋ ਤੁਸੀਂ ਉਹਨਾਂ ਥਿੰਗਸ ਤੇ ਕਲਿੱਕ ਕਰਕੇ ਪ੍ਰਾਪਤ ਕਰਦੇ ਹੋ। ਪਹਿਲਾਂ ਤੁਹਾਨੂੰ ਹਮੇਸ਼ਾ ਸੋਲਿਡਵਰਕਸ ਦੇ ਆਈਕਨ ਤੇ ਡਬਲ ਕਲਿੱਕ ਕਰਨਾ ਪੈਂਦਾ ਹੈ ਤਾਂ ਜੋ ਇਹ ਇੱਕ ਵਿੰਡੋ ਖੋਲ੍ਹਦਾ ਹੈ। ਫਿਰ ਤੁਹਾਨੂੰ ਕਿਸੇ ਵੀ ਓਬਜੈਕਟ ਨੂੰ ਕੰਸਟਰਕਟ ਕਰਨ ਲਈ ਕੁਝ ਨਵਾਂ ਕਲਿੱਕ ਕਰਨਾ ਪਵੇਗਾ। ਫਿਰ ਤੁਸੀਂ ਪਾਰਟ ਡਰਾਇੰਗ ਦੇ ਨਾਲ ਇਸ ਨੂੰ ਸਟੇਪ ਬਾਏ ਸਟੇਪ ਬਣਾਉਂਦੇ ਹੋ ਅਤੇ ਥਿੰਗ ਨੂੰ ਪੂਰਾ ਕਰਦੇ ਹੋ। ਜਦੋਂ ਅਸੀਂ ਅਭਿਆਸ ਕਰ ਰਹੇ ਹਾਂ ਤਾਂ ਅਸੀਂ ਦੇਖਾਂਗੇ ਕਿ ਪਹਿਲਾ ਸਟੇਪ ਹਮੇਸ਼ਾ ਡਬਲ ਕਲਿੱਕ ਕਰਨਾ ਹੈ। ਇਹ ਇੱਕ ਵਿੰਡੋ ਖੋਲ੍ਹਦਾ ਹੈ। ਤੁਸੀਂ ਪਾਰਟ ਡਰਾਇੰਗ ਚੁਣਦੇ ਹੋ, ਫਿਰ ਪਾਰਟ ਡਰਾਇੰਗ ਡਰਾਅ ਕਰੋ ਅਤੇ ਫਿਰ ਨਿਯਮਿਤ ਤੌਰ ਤੇ ਚੀਜ਼ਾਂ ਨੂੰ ਡਰਾਇੰਗ ਕਰਕੇ ਫਾਈਲ ਨੂੰ ਸੇਵ ਕਰੋ। ਕਿਉਂਕਿ ਕੁਝ ਵਿਦਿਆਰਥੀ ਇਸ ਮਾਊਸ ਦੇ ਲੈਫਟ ਕਲਿੱਕ ਰਾਈਟ ਕਲਿੱਕ ਤੋਂ ਬਿਲਕੁਲ ਜਾਣੂ ਨਹੀਂ ਹਨ, ਅਸੀਂ ਉਸ ਇਨਫੋਰਮੇਸ਼ਨ ਨੂੰ ਰੀਕੈਪ ਕਰਨ ਜਾ ਰਹੇ ਹਾਂ। ਤੁਸੀਂ ਹਮੇਸ਼ਾ ਲੈਫਟ ਮਾਊਸ ਬਟਨ ਦੀ ਵਰਤਦੇ ਹੋ, ਜਿਵੇਂ ਕਿ ਜੇਕਰ ਤੁਹਾਡੇ ਕੋਲ ਮਾਊਸ ਹੈ, ਉਸ ਵਿੱਚ ਇੱਥੇ ਲੈਫਟ ਤੇ ਰਾਈਟ ਹੋਵੇਗਾ। ਲੈਫਟ ਮਾਊਸ ਜੋ ਅਸੀਂ ਵਰਤਣ ਜਾ ਰਹੇ ਹਾਂ, ਕਿਸੇ ਵੀ ਕਮਾਂਡਸ ਬਟਨਾਂ ਜਿਓਮੈਟਰੀ ਜਾਂ ਹੋਰ ਐਲੀਮੈਂਟ ਚੁਣਨ ਲਈ। ਤੁਸੀਂ ਇੱਕ ਫਾਈਲ ਜਾਂ ਫੋਲਡਰ ਨੂੰ ਜਲਦੀ ਖੋਲ੍ਹਣ ਲਈ ਲੈਫਟ ਮਾਊਸ ਤੇ 2 ਡਬਲ ਕਲਿੱਕ ਕਰੋ। ਇਹ ਉਸ ਕਾਇੰਡ ਦੇ ਸ਼ਾਰਟਕਟ ਹਨ ਜੋ ਅਸੀਂ ਵਰਤਦੇ ਹਾਂ, ਅਤੇ ਉਸ ਮਾਊਸ ਬਟਨ ਦੇ ਰਾਈਟ ਹੈਂਡ ਸਾਈਡ ਕੋਈ ਵੀ ਸ਼ਾਰਟਕਟ ਮੀਨੂ ਜਿਸ ਨੂੰ ਅਸੀਂ ਜਲਦੀ ਅਪਡੇਟ ਕਰਨਾ ਚਾਹਾਂਗੇ, ਅਸੀਂ ਉਸ ਦੀ ਵਰਤੋਂ ਕਰਦੇ ਹਾਂ। ਇਸ ਲਈ ਮਾਊਸ ਪੁਆਇੰਟਰਸ ਨੂੰ ਚੁਣਨ ਜਾਂ ਪੁਆਇੰਟਰਸ ਜਾਂ ਕਰਵ ਨੂੰ ਅਪਡੇਟ ਕਰਨ ਦੇ ਮਾਮਲੇ ਵਿੱਚ ਸਾਡੇ ਲਈ ਇੱਕ ਬਹੁਤ ਵੱਡੀ ਮਦਦ ਹੈ। ਅਤੇ ਇਸ ਸੋਲਿਡਵਰਕਸ ਪ੍ਰੈਕਟਿਸ ਦੌਰਾਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਕੀ ਕਰਨ ਜਾ ਰਹੇ ਹਾਂ। ਤੁਹਾਨੂੰ ਨਿਯਮਿਤ ਤੌਰ ਤੇ ਡਰਾਇੰਗ ਨੂੰ ਸੇਵ ਕਰਨਾ ਹੋਵੇਗਾ। ਤੁਸੀਂ ਇਸ ਵਿੰਡੋ ਦਾ ਸਾਈਜ਼ ਬਦਲਣਾ ਚਾਹੁੰਦੇ ਹੋ, ਜੋ ਅਸੀਂ ਇਸ ਨੂੰ ਬਾਅਦ ਵਿੱਚ ਦੇਖਾਂਗੇ। ਤੁਸੀਂ ਆਪਣੇ ਕੀਪੈਡ ਤੇ ਵਰਤਦੇ ਹੋ ਅਪ ਐਰੋ, ਸਾਈਡ ਐਰੋ, ਐਨਦਰ ਸਾਈਡ ਐਰੋ, ਐਂਡ ਡਾਊਨ ਐਰੋ ਵਰਗੇ ਬਟਨ ਹੁੰਦੇ ਹਨ। ਤੁਸੀਂ ਵਿੰਡੋ ਦੇ ਸਾਈਜ਼ ਨੂੰ ਅਸਲ ਵਿੱਚ ਬਦਲਣ ਲਈ ਕੰਬੀਨੇਸ਼ਨਸ ਦੀ ਵਰਤੋਂ ਕਰਦੇ ਹੋ ਸਕਦਾ ਹੈ ਕਿ ਉੱਪਰ ਅਤੇ ਹੇਠਾਂ ਜਾਣਾ, ਇਨਲਾਰਜਿੰਗ ਅਤੇ ਹੋਰ ਚੀਜ਼ਾਂ। ਤੁਸੀਂ ਸਾਈਜ਼ ਵਧਾਉਣਾ ਚਾਹੁੰਦੇ ਹੋ, ਇਹਨਾਂ ਸਾਈਡ ਬਟਨਾਂ ਨੂੰ ਇਕੱਠੇ ਵਰਤੋ। ਇਸੇ ਤਰ੍ਹਾਂ ਤੁਸੀਂ ਉਸ ਸਾਈਜ਼ ਨੂੰ ਵਧਾਉਣਾ ਚਾਹੁੰਦੇ ਹੋ, ਇਹਨਾਂ 2 ਬਟਨਾਂ ਦੀ ਵਰਤੋਂ ਕਰੋ।
ਅਤੇ ਤੁਸੀਂ ਉਹਨਾਂ ਨੂੰ ਇਕੱਠੇ ਦਬਾਓ ਤਾਂ ਜੋ ਇਹ ਵੱਡਾ ਹੋ ਜਾਵੇ ਜਾਂ ਸਾਈਜ਼ ਬਦਲੇ। ਤਾਂ ਇਹ ਕੰਬੀਨੇਸ਼ਨਸ ਹਨ ਜੋ ਅਸੀਂ ਵਰਤਾਂਗੇ। ਹੁਣ ਸਭ ਤੋਂ ਪਹਿਲਾਂ ਸਾਨੂੰ SolidWorks ਵਿੱਚ ਕੁਝ ਕੀਵਰਡ ਸਿੱਖਣੇ ਪੈਣਗੇ। ਇਸ SolidWorks ਤੇ ਡਬਲ ਕਲਿੱਕ ਕਰਨ ਲਈ ਸਾਡੇ ਕੋਲ ਇੱਕ ਪੈਨਲ ਵਰਗਾ ਕੁਝ ਹੋਵੇਗਾ, ਜਿੱਥੇ ਕੁਝ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਵੇਂ ਕਿ ਡੇਟਾ। ਕੁਝ ਹੋਰ ਸਥਾਨ ਹੋਣਗੇ, ਕੁਝ ਹੋਰ ਡੇਟਾ ਦਾ ਜ਼ਿਕਰ, ਕੁਝ ਹੋਰ ਸਥਾਨਾਂ ਦਾ ਜ਼ਿਕਰ ਕੀਤਾ ਜਾਵੇਗਾ, ਕੁਝ ਹੋਰ ਡੇਟਾ ਦਾ ਜ਼ਿਕਰ ਕੀਤਾ ਜਾਵੇਗਾ। ਟੂਲਬਾਰ ਮੀਨੂ ਵਰਗਾ ਕੁਝ ਹੋਵੇਗਾ ਅਤੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਹੋਣਗੀਆਂ। ਜ਼ਿਆਦਾਤਰ ਡਰਾਇੰਗ ਅਸੀਂ ਇਸ ਐਕਸ ਲੋਕੇਸ਼ਨ ਤੇ ਕੰਮ ਕਰਦੇ ਹਾਂ। ਬਾਕੀ ਬਚੇ ਸ਼ੇਡਡ ਪੋਰਸ਼ਨ ਨੂੰ ਅਸੀਂ ਉਚਿਤ ਤੌਰ ਤੇ ਚੁਣਦੇ ਹਾਂ, ਜਿਸ ਦੇ ਬੇਸ ਤੇ ਅਸੀਂ ਉਹਨਾਂ ਟੂਲਸ ਦੀ ਵਰਤੋਂ ਕਰਦੇ ਹਾਂ। ਹੁਣ ਆਓ ਦੇਖੀਏ ਕਿ ਉਹ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ। ਉਦਾਹਰਨ ਲਈ, ਅਸੀਂ ਇੱਕ ਫੀਚਰ ਮੈਨੇਜਰ ਨਾਮ ਦਾ ਕੀਵਰਡ ਵੇਖ ਸਕਦੇ ਹਾਂ। ਉਸ ਫੀਚਰ ਮੈਨੇਜਰ ਵਿੱਚ ਸਾਡੇ ਕੋਲ ਫਰੰਟ, ਟੌਪ, ਰਾਈਟ ਪਲੇਨਸ ਵਰਗਾ ਕੁਝ ਹੋ ਸਕਦਾ ਹੈ। ਜਦੋਂ ਅਸੀਂ ਇਹਨਾਂ ਓਬਜੈਕਟ ਨੂੰ ਕੰਸਟਰਕਟ ਕਰ ਰਹੇ ਹੁੰਦੇ ਹਾਂ, ਤਾਂ ਸਾਨੂੰ ਕਦੇ-ਕਦਾਈਂ ਕਲਿੱਕ ਕਰਨਾ ਪੈਂਦਾ ਹੈ ਕਿ ਕੀ ਮੈਂ ਫਰੰਟ ਵਿਊ, ਰਾਈਟ ਵਿਊ, ਸਾਈਡ ਵਿਊ ਬਣਾਉਣਾ ਚਾਹੁੰਦਾ ਹਾਂ ਜਾਂ ਕਿਸ ਪਾਸੇ ਅਸੀਂ ਕੰਸਟਰਕਟ ਕਰਨਾ ਚਾਹੁੰਦੇ ਹਾਂ। ਇਸ ਮਕਸਦ ਲਈ ਸਾਡੇ ਕੋਲ ਕੁਝ ਵਿਕਲਪ ਹਨ। ਇਸੇ ਤਰ੍ਹਾਂ ਆਪਰੇਸ਼ਨ ਕੀ ਹਨ, ਜਿਵੇਂ ਕਿ ਕੀ ਮੈਂ ਆਬਜੈਕਟ ਨੂੰ ਬਾਹਰ ਕੱਢ ਰਿਹਾ ਹਾਂ। ਕੱਟ ਫਿਲਿੰਗ, ਕੁਝ ਸਰਫੇਸ ਫਿਲਟਿੰਗ, ਚੈਂਫਰਿੰਗ, ਇਸ ਕਾਇੰਡ ਦੀਆਂ ਚੀਜ਼ਾਂ। ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਇਹ ਜ਼ਿਕਰ ਕਰੇਗਾ। ਇਹ ਆਪਰੇਸ਼ਨ ਜੋ ਵੀ ਅਸੀਂ ਕਰ ਰਹੇ ਹਾਂ ਅਸੀਂ ਕਹਿੰਦੇ ਹਾਂ। ਅਤੇ ਉਹ ਫੀਚਰਸ ਜਿਸਨੂੰ ਜਾਂ ਉਹ ਮੈਨੇਜਰ ਜਾਂ ਤੁਹਾਡੇ SolidWorks ਦੇ ਉਸ ਪੋਰਸ਼ਨ ਨੂੰ ਅਸੀਂ ਫੀਚਰ ਮੈਨੇਜਰ ਕਹਿੰਦੇ ਹਾਂ। ਆਮ ਤੌਰ ਤੇ SolidWorks ਲਈ ਅਸੀਂ ਇਸ ਨੂੰ ਲੈਫਟ ਹੈਂਡ ਸਾਈਡ ਦੇਖਦੇ ਹਾਂ। ਇੱਥੇ ਸਾਡੇ ਕੋਲ ਉਹ ਫੀਚਰ ਮੈਨੇਜਰ ਹੈ। ਪ੍ਰਾਪਰਟੀ ਮੈਨੇਜਰ ਵਰਗਾ ਵੀ ਕੁਝ ਹੈ। ਇਸ ਲਈ ਜੇਕਰ ਅਸੀਂ ਉਸ ਫੀਚਰ ਮੈਨੇਜਰ ਨੂੰ ਦੇਖ ਰਹੇ ਹਾਂ, ਇੱਥੇ 3 ਬਟਨ ਹਨ, 1, 2 ਅਤੇ 3। ਹਰ ਇੱਕ ਇਹਨਾਂ ਮੈਨੇਜਰਸ ਵਿੱਚੋਂ ਹਰੇਕ ਨੂੰ ਦਰਸਾਉਂਦਾ ਹੈ। ਪਹਿਲਾ ਬਟਨ ਫੀਚਰ ਮੈਨੇਜਰ ਹੈ। ਹੁਣ ਅਸੀਂ ਉਸ ਦੂਜੇ ਬਟਨ ਤੇ ਚੱਲੀਏ, ਜਿਸ ਨੂੰ ਅਸੀਂ ਪ੍ਰਾਪਰਟੀ ਮੈਨੇਜਰ ਕਹਿੰਦੇ ਹਾਂ। ਇਸ ਵਿੱਚ ਤੁਸੀਂ ਇਹ ਜਾਣਨ ਦੀ ਪੋਜੀਸ਼ਨ ਵਿੱਚ ਹੋਵੋਗੇ ਕਿ ਮੈਂ ਅਸਲ ਵਿੱਚ ਕਿਹੜਾ ਫੇਸ ਦੇਖ ਰਿਹਾ ਹਾਂ। ਕਿ ਉਹ ਫੇਸ ਕਿਸੇ ਐਜ ਦੁਆਰਾ ਜੋੜਿਆ ਗਿਆ ਹੈ ਜਾਂ ਨਹੀਂ, ਕਿ ਕਿਸ ਤਰ੍ਹਾਂ ਦੇ ਸੋਲਿਡਸ ਨੂੰ ਮਿਲਾਇਆ ਗਿਆ ਹੈ ਅਤੇ ਹੋਰ ਕਿਸਮ ਦੇ ਵੇਰਵੇ। ਉਹ ਵਿਸ਼ੇਸ਼ਤਾਵਾਂ ਅਸੀਂ ਇਸ ਦੂਜੇ ਬਟਨ ਤੇ ਪ੍ਰਾਪਤ ਕਰਾਂਗੇ ਜਿੱਥੇ ਤੁਹਾਡੇ ਕੋਲ ਇੱਕ ਬਲੈਂਕ ਪੇਜ ਆਈਕਨ ਹੋਵੇਗਾ। ਅਤੇ ਇੱਕ ਤੀਜਾ ਵਿਕਲਪ ਹੈ, ਜਿਸ ਨੂੰ ਅਸੀਂ ਕਨਫਿਗਰੇਸ਼ਨ ਮੈਨੇਜਰ ਕਹਿੰਦੇ ਹਾਂ। ਇਹ ਦਰਸਾਉਂਦਾ ਹੈ ਕਿ ਮਟੀਰੀਅਲ ਪ੍ਰਾਪਰਟੀਜ਼ ਕੀ ਹੋ ਸਕਦੀਆਂ ਹਨ, ਵੇਟ, ਡਾਇਮੈਂਸ਼ਨ ਅਤੇ ਹੋਰ ਚੀਜ਼ਾਂ ਜੋ ਸਾਡੇ ਕੋਲ ਹੋਣਗੀਆਂ। ਟਾਈਮ ਨਾਲ ਅਸੀਂ ਇਹਨਾਂ ਸ਼ਬਦਾਂ ਤੋਂ ਜਾਣੂ ਹੋ ਜਾਵਾਂਗੇ ਅਤੇ ਇਹ ਸਮਝਣ ਦੀ ਪੋਜੀਸ਼ਨ ਵਿੱਚ ਹੋਵਾਂਗੇ ਕਿ ਕੀ ਹੋ ਰਿਹਾ ਹੈ। ਅਤੇ SolidWorks ਸਿੱਖਣ ਜ਼ਿਆਦਾਤਰ ਰਿਸੋਰਸਜ਼ ਲਈ ਤੁਹਾਨੂੰ ਕਿਸੇ ਟੈਕਨੀਕਲ ਹੈਲਪ ਦੀ ਲੋੜ ਹੁੰਦੀ ਹੈ। ਇੱਕ ਆਨਲਾਈਨ ਕਰੋਗੇ ਅਤੇ ਦੂਜਾ ਤੁਹਾਡੇ ਕੋਲ ਕੁਝ ਅਜਿਹਾ ਹੋਵੇਗਾ ਜਿਵੇਂ ਕਿ ਇੱਕ ਨਵਾਂ ਡਾਕਿਊਮੈਂਟ ਕਿਵੇਂ ਬਣਾਉਣਾ ਹੈ, ਇੱਕ ਨਵਾਂ ਡਾਕਿਊਮੈਂਟ ਕਿਵੇਂ ਖੋਲ੍ਹਣਾ ਹੈ, ਜਾਂ ਸ਼ਾਇਦ ਆਨਲਾਈਨ ਟਿਊਟੋਰੀਅਲ ਕਿਵੇਂ ਪ੍ਰਾਪਤ ਕਰਨਾ ਹੈ, ਜਾਂ ਸ਼ਾਇਦ ਕੁਝ ਹੋਰ ਸਬਸਕ੍ਰਿਪਸ਼ਨ ਸੇਵਾਵਾਂ ਜੋ ਤੁਸੀਂ ਇਸ ਤਰ੍ਹਾਂ ਦੇ ਵੇਰਵੇ ਪ੍ਰਾਪਤ ਕਰਨਾ ਚਾਹੁੰਦੇ ਹੋ, ਅਸੀਂ ਰਿਸੋਰਸ ਤੋਂ ਪ੍ਰਾਪਤ ਕਰਾਂਗੇ। ਉੱਥੇ ਹਮੇਸ਼ਾ SolidWorks ਰਿਸੋਰਸਜ਼ ਵਰਗਾ ਟਾਈਟਲ ਹੈ, ਕੁਝ ਵੀ ਜੋ ਤੁਸੀਂ ਉੱਥੇ ਪੋਸਟ ਕਰ ਸਕਦੇ ਹੋ, ਅਤੇ ਤੁਸੀਂ ਉਸ ਬਾਰੇ ਇਨਫੋਰਮੇਸ਼ਨ ਪ੍ਰਾਪਤ ਕਰ ਸਕੋਗੇ। ਅਤੇ ਇੱਥੇ ਇੱਕ ਹੋਰ ਕੀਵਰਡ ਡਿਜ਼ਾਈਨ ਲਾਇਬ੍ਰੇਰੀ ਹੈ। ਉਹ ਟੂਲ ਜਾਂ ਤਾਂ ਲੈਫਟ ਹੈਂਡ ਸਾਈਡ ਜਾਂ ਰਾਈਟ ਹੈਂਡ ਸਾਈਡ ਆਉਂਦਾ ਹੈ, ਇਸ ਬੇਸ ਤੇ ਕਿ ਅਸੀਂ ਇਸ ਢੁਕਵੇਂ ਲੋਕੇਸ਼ਨ ਤੇ ਕਿਵੇਂ ਡਰੈਗਿੰਗ ਐਂਡ ਡ੍ਰੌਪਿੰਗ ਕਰ ਰਹੇ ਹਾਂ। ਜਿੱਥੇ ਤੁਸੀਂ ਕੁਝ ਚੀਜ਼ਾਂ ਦੇਖੋਗੇ, ਜਿਵੇਂ ਕਿ ਅਸੀਂ ਅਸੈਂਬਲੀਆਂ ਵਿੱਚ ਕਰ ਰਹੇ ਹਾਂ, ਕੀ ਅਸੀਂ ਕਿਸੇ ਫੀਚਰ ਨੂੰ ਛੂਹਿਆ ਹੈ ਜਾਂ ਨਹੀਂ, ਅਸੀਂ ਕੋਈ ਐਨੋਟੇਸ਼ਨ ਦਿੱਤੀ ਹੈ, ਇਹ ਸਾਰੇ ਵੇਰਵੇ ਸਾਡੇ ਕੋਲ ਹੋਣਗੇ। ਅਤੇ ਉਹ ਇਨਫੋਰਮੇਸ਼ਨ ਦੁਬਾਰਾ ਸਾਡੇ ਕੋਲ ਬੈਕਗ੍ਰਾਉਂਡ ਇਨਫੋਰਮੇਸ਼ਨ ਵਰਗੀ ਚੀਜ਼ ਹੋਵੇਗੀ। ਜਦੋਂ ਤੁਸੀਂ ਫਲੋਰ ਸ਼ਾਪਿੰਗ ਅਤੇ ਹੋਰ ਚੀਜ਼ਾਂ ਨੂੰ ਦੇਖ ਰਹੇ ਹੋ ਤਾਂ ਅਸੀਂ ਵਿਆਪਕ ਤੌਰ ਤੇ ਇਸ ਦੀ ਵਰਤੋਂ ਕਰਾਂਗੇ। ਸਾਡੇ ਕੋਰਸ ਲਈ ਸਾਨੂੰ ਉਸ ਸਾਰੀ ਇਨਫੋਰਮੇਸ਼ਨ ਦੀ ਲੋੜ ਨਹੀਂ ਹੋ ਸਕਦੀ। ਬੇਸਿਕ ਥਿੰਗਸ ਜਿਵੇਂ ਕਿ ਕਿਵੇਂ ਸਕੈਚ ਕਰਨਾ, 3D ਓਬਜੈਕਟਸ ਨੂੰ ਕਿਵੇਂ ਬਣਾਉਣਾ, ਉਹਨਾਂ ਨੂੰ ਕਿਵੇਂ ਇਕੱਠਾ ਕਰਨਾ ਹੈ, ਸਭ ਤੋਂ ਮਹੱਤਵਪੂਰਨ ਚੀਜ਼ ਹੈ। ਅਤੇ ਇੱਕ ਹੋਰ ਮਹੱਤਵਪੂਰਨ ਓਬਜੈਕਟ ਹੈ ਜਿਸ ਨੂੰ ਅਸੀਂ ਟੂਲਬਾਰ ਕਹਿੰਦੇ ਹਾਂ। ਇਹ ਇੱਕ ਵਰਕਬੈਂਚ ਵਰਗਾ ਹੈ ਜਿੱਥੇ ਤੁਸੀਂ ਜ਼ਿਆਦਾਤਰ ਟੂਲ ਪ੍ਰਾਪਤ ਕਰਦੇ ਹੋ। ਉਦਾਹਰਨ ਲਈ ਤੁਸੀਂ ਓਬਜੈਕਟ ਦਾ ਸਕੈਚ ਕਰਨਾ ਚਾਹੁੰਦੇ ਹੋ, ਉਸ ਓਬਜੈਕਟ ਸਕੈਚ ਵਾਲਾ ਪੋਰਸ਼ਨ ਉੱਥੇ ਹੋਵੇਗਾ।
ਤੁਸੀਂ ਮਟੀਰੀਅਲਸ ਭਰਨਾ ਚਾਹੁੰਦੇ ਹੋ ਜਿਵੇਂ ਕਿ ਐਕਸਟਰੂਡ ਵਰਗੀ ਕੋਈ ਚੀਜ਼ ਉੱਥੇ ਹੋਵੇਗੀ। ਤੁਸੀਂ ਥਿੰਗਸ ਨੂੰ ਰਿਵੋਲਵ ਕਰਨਾ ਚਾਹੁੰਦੇ ਹੋ। ਪਿਛਲੀਆਂ ਕਲਾਸਾਂ ਵਿੱਚ ਅਸੀਂ ਦੇਖਿਆ ਕਿ ਵੱਖ-ਵੱਖ ਸਟ੍ਰੈਟੇਜੀਜ਼ ਦੇ ਬੇਸ ਤੇ ਇਹਨਾਂ ਸਰਫੇਸਜ਼ ਨੂੰ ਕਿਵੇਂ ਰਿਵੋਲਵ ਕਰਨਾ ਹੈ, ਚੀਜ਼ਾਂ ਨੂੰ ਬਾਹਰ ਕਿਵੇਂ ਕੱਢਣਾ ਹੈ, ਇਸ ਤਰ੍ਹਾਂ ਦੀਆਂ ਸਟ੍ਰੈਟੇਜੀਜ਼ ਵੀ ਅਸੀਂ ਦੇਖੀਆਂ ਹਨ। ਇਸ ਦਾ ਕੀ ਮਤਲਬ ਹੈ? ਚੈਂਫਰਿੰਗ ਦਾ ਕੀ ਮਤਲਬ ਹੈ ਕਿ ਸਰਫੇਸ ਨੂੰ ਭਰਨਾ ਵੀ ਅਸੀਂ ਦੇਖਿਆ ਹੈ। ਇਸ ਲਈ ਇਹ ਵਿਸ਼ੇਸ਼ ਐਲਗੋਰਿਦਮ ਲੈਂਦਾ ਹੈ ਅਤੇ ਇਸ ਨੂੰ ਕਲਿੱਕ ਕਰਨ ਨਾਲ ਇਹ ਆਟੋਮੈਟਿਕਲੀ ਚੀਜ਼ ਨੂੰ ਲੈ ਜਾਂਦਾ ਹੈ ਅਤੇ ਚੈਂਫਰ ਕਰਦਾ ਹੈ। ਸਾਨੂੰ ਇਸ ਦੇ ਲਈ ਕੁਝ ਐਡੀਸ਼ਨਲ ਫੀਚਰਸ ਪ੍ਰਦਾਨ ਕਰਨੀਆਂ ਪੈ ਸਕਦੀਆਂ ਹਨ ਅਤੇ ਇੱਥੇ ਐਡੀਸ਼ਨਲ ਥਿੰਗਸ ਹੋਣਗੀਆਂ ਜਿਵੇਂ ਕਿ ਮੈਂ ਆਈਸੋਮੈਟ੍ਰਿਕ ਵਿਊ ਦੇਖਣਾ ਚਾਹਾਂਗਾ। ਹੋ ਸਕਦਾ ਹੈ ਕਿ ਮੈਂ ਸਿਰਫ ਟੌਪ ਵਿਊ ਦੇਖਣਾ ਚਾਹਾਂਗਾ, ਮੈਂ ਸਿਰਫ ਬਾਟਮ ਵਿਊ ਨੂੰ ਦੇਖਣਾ ਚਾਹਾਂਗਾ, ਜਿਸ ਤਰ੍ਹਾਂ ਦੇ ਵੇਰਵੇ ਵੀ ਸਾਨੂੰ ਮਿਲਣਗੇ। ਜਾਂ ਅਸੀਂ ਕੁਝ ਵਿਸ਼ੇਸ਼ ਫੋਕਸ ਦੇਣਾ ਚਾਹੁੰਦੇ ਹਾਂ, ਟੇਪਰਿੰਗ ਵਰਗਾ ਕੁਝ ਦੇਣਾ ਚਾਹੁੰਦੇ ਹਾਂ, ਇਹ ਵੀ ਉਪਲਬਧ ਹੈ। ਲਗਭਗ ਇਸ ਲੈਵਲ ਤੇ ਉਪਲਬਧ ਇਹ ਸਾਰੇ ਸਟੀਲ ਟੂਲ ਤੁਹਾਡੀ ਮੁਹਾਰਤ ਦੇ ਬੇਸ ਤੇ ਹਨ ਕਿ ਤੁਸੀਂ ਕਿੰਨਾ ਤਿਆਰ ਹੋ ਇਹਨਾਂ ਚੀਜ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੇ ਕਾਬਿਲ ਹੋ ਜਾਓਗੇ। ਹੁਣ, ਜੇ ਮੈਂ ਇਸ ਪੂਰੇ ਕੀਵਰਡਸ ਦੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ, ਤਾਂ ਨਾ ਸਿਰਫ ਇਸ ਤਰੀਕੇ ਨਾਲ ਸਾਡੇ ਕੋਲ ਇਹ ਹੋ ਸਕਦਾ ਹੈ। ਕਈ ਵਾਰ ਤੁਹਾਡੀਆਂ ਸੌਫਟਵੇਅਰ ਇਸ਼ੂਜ਼ ਦੇ ਕਾਰਨ ਹੋ ਸਕਦਾ ਹੈ ਕਿ ਤੁਸੀਂ ਇੱਕ ਲੋਕੇਸ਼ਨ ਤੋਂ ਦੂਜੇ ਲੋਕੇਸ਼ਨ ਤੇ ਡਰੈਗ ਕਰੋ ਅਤੇ ਤੁਸੀਂ ਲੀਵ ਕਰ ਰਹੇ ਹੋਵੋ। ਪਰ ਆਮ ਤੌਰ ਤੇ ਉਹਨਾਂ ਸ਼ਬਦਾਂ ਨੂੰ ਦੇਖ ਕੇ ਅਸੀਂ ਅਸਲ ਵਿੱਚ ਇੱਕ ਪੋਜੀਸ਼ਨ ਵਿੱਚ ਹੋਵਾਂਗੇ ਕਿ ਇਹ ਕਿਸ ਪਾਰਟ ਨਾਲ ਸੰਬੰਧਿਤ ਹੈ। ਆਓ ਅਸੀਂ ਉਸ ਨੂੰ ਵੇਖੀਏ। ਪਹਿਲੀ, ਟ੍ਰਾਇਡ। ਜੋ ਵੀ ਤੁਸੀਂ ਡਰਾਇੰਗ ਕਰ ਰਹੇ ਹੋ ਉਹ ਵਾਪਰਦਾ ਹੈ ਕਿ ਸਾਰੀ ਡਰਾਇੰਗ ਉਸ ਓਬਜੈਕਟ ਦੇ ਇਸ ਲਾਲ ਪੋਰਸ਼ਨ ਦੇ ਅੰਦਰ ਕੰਸਟਰਕਟ ਕੀਤੀ ਜਾਵੇਗੀ। ਇਹ ਉਹ ਟਰਮੀਨਲ ਹੈ ਜਿੱਥੇ ਤੁਸੀਂ ਲਾਈਨ ਦੁਆਰਾ ਜੁੜੇ ਪੁਆਇੰਟ ਡਰਾ ਨੂੰ ਚੁਣਦੇ ਹੋ ਜੋ ਵੀ ਤੁਸੀਂ ਕਰੋਗੇ। ਟਰਮੀਨਲ ਤੇ ਇਹ ਤੁਹਾਨੂੰ ਹਮੇਸ਼ਾ x ਐਕਸਿਸ ਡਾਇਰੈਕਸ਼ਨ, y ਐਕਸਿਸ ਡਾਇਰੈਕਸ਼ਨ, z ਡਾਇਰੈਕਸ਼ਨ ਵੀ ਦਿਖਾਉਂਦਾ ਹੈ। ਜਦੋਂ ਤੁਸੀਂ ਇਸ ਨੂੰ ਰੋਟੇਟ ਕਰੋ ਤਾਂ ਰੋਟੇਟ ਦਾ ਵਿਕਲਪ ਹੈ, ਇਹ ਟ੍ਰਾਇਡ ਵੀ ਰੋਟੇਟ ਹੁੰਦੀ ਹੈ। ਜ਼ਿਆਦਾਤਰ ਡਰਾਇੰਗ ਜੋ ਤੁਸੀਂ ਇਸ ਏਰੀਆ ਜਿਸ ਨੂੰ ਅਸੀਂ ਗ੍ਰਾਫਿਕਸ ਏਰੀਆ ਕਹਿੰਦੇ ਹਾਂ ਤੇ ਕੰਮ ਕਰਦੇ ਹੋ, ਟ੍ਰਾਇਡ ਦੁਆਰਾ ਬਣਦੇ ਹਨ। ਅਤੇ ਦੂਸਰਾ ਪਾਰਟ ਡਾਇਮੈਂਸ਼ਨ ਯੂਨਿਟਸ ਹੈ, ਭਾਵੇਂ ਤੁਸੀਂ ਸੈਂਟੀਮੀਟਰ, ਮਿਲੀਮੀਟਰ, ਇੰਚ ਤੇ ਕੰਮ ਕਰ ਰਹੇ ਹੋ, ਉਸ ਕਾਇੰਡ ਦੇ ਯੂਨਿਟਸ ਦਾ ਜ਼ਿਕਰ ਉੱਥੇ ਕੀਤਾ ਜਾਵੇਗਾ। ਤੁਸੀਂ ਉਸ ਵਿਕਲਪ ਤੇ ਕਲਿੱਕ ਕਰੋ, ਇਹ ਤੁਹਾਨੂੰ ਵੱਖੋ ਵੱਖਰੀਆਂ ਚੀਜ਼ਾਂ ਦਿਖਾਉਂਦਾ ਹੈ ਤਾਂ ਜੋ ਤੁਹਾਨੂੰ ਇਸ ਨੂੰ ਐਡਜਸਟ ਕਰਨਾ ਪੈਂਦਾ ਹੈ। ਅਭਿਆਸ ਲਈ ਅਸੀਂ ਇੱਕ ਕਾਇੰਡ ਦੀ ਯੂਨਿਟਸ ਸਿਸਟਮ ਕਰਾਂਗੇ। ਜਦੋਂ ਅਸੀਂ ਜਾਣੂ ਹੋ ਜਾਂਦੇ ਹਾਂ ਅਸੀਂ ਸਿੱਖਾਂਗੇ ਕਿ ਇਸ ਤੇ ਕਲਿੱਕ ਕਰਕੇ ਉਹਨਾਂ ਡਾਇਮੈਂਸ਼ਨ ਨੂੰ ਕਿਵੇਂ ਬਦਲਣਾ ਹੈ। ਪਰ ਆਪਣੀ ਜਿਓਮੈਟਰੀ ਦੌਰਾਨ ਯਾਦ ਰੱਖੋ ਕਿ ਤੁਹਾਨੂੰ ਇੱਕ ਯੂਨਿਟ ਸਿਸਟਮ ਤੇ ਕੰਮ ਕਰਨਾ ਪਵੇਗਾ। ਤੁਸੀਂ ਕੁਝ ਓਬਜੈਕਟ ਬਣਾਉਂਦੇ ਹੋ, ਇਸ ਨੂੰ ਪਾਰਟ ਡਰਾਇੰਗ ਦੀ ਤਰ੍ਹਾਂ ਸੇਵ ਕਰੋ, ਫਿਰ ਤੁਸੀਂ ਇਸ ਨੂੰ ਅਸੈਂਬਲ ਬਣਾਉਣਾ ਚਾਹੁੰਦੇ ਹੋ। ਜਦੋਂ ਤੱਕ ਇਹ ਯੂਨਿਟਸ ਨਹੀਂ ਮਿਲਦੇ, ਤੁਸੀਂ ਇਫੈਕਟਿਵ ਡਰਾਇੰਗ ਪ੍ਰਾਪਤ ਕਰਨ ਲਈ ਪੋਰਸ਼ਨ ਵਿੱਚ ਨਹੀਂ ਹੋਵੋਗੇ। ਇਸ ਲਈ ਇੱਕ ਕਾਇੰਡ ਦੇ ਯੂਨਿਟਸ ਦੇ ਨਾਲ ਹਰ ਸਮੇਂ ਕੰਸਿਸਟੈਂਟ ਰਹੋ। ਅਤੇ ਇੱਥੇ ਵਿਊਜ਼ ਉਪਲਬਧ ਹੋਣਗੇ। ਇਸ ਲਈ ਆਈਸੋਮੈਟ੍ਰਿਕ ਵਿਊਜ਼, ਟਾਪ ਵਿਊ, ਫਰੰਟ ਵਿਊ, ਇਹ ਥਿੰਗਸ ਤੁਹਾਡੇ ਕੋਲ ਇਸ ਤੇ ਕਲਿੱਕ ਕਰਨ ਨਾਲ ਹੋਣਗੀਆਂ। ਉੱਥੇ ਜ਼ੂਮ ਇਨ, ਜ਼ੂਮ ਆਊਟ ਬਟਨ ਵੀ ਹੋਣਗੇ। ਉੱਥੇ ਕਲਰ ਕੰਬੀਨੇਸ਼ਨ ਵੀ ਉਪਲਬਧ ਹੋਣਗੇ ਜਿਨ੍ਹਾਂ ਦੀ ਵਰਤੋਂ ਕੋਈ ਕਰ ਸਕਦਾ ਹੈ। ਅਤੇ ਜ਼ਿਆਦਾਤਰ ਮੇਨੂ ਸਾਡੇ ਕੋਲ ਇੱਥੇ ਹੋਣਗੇ। ਤੁਸੀਂ ਇੱਕ ਫਾਈਲ ਨੂੰ ਸੇਵ ਕਰਨਾ ਚਾਹੁੰਦੇ ਹੋ, ਤੁਸੀਂ ਐਡਿਟ ਕਰਨਾ ਚਾਹੁੰਦੇ ਹੋ, ਤੁਸੀਂ ਹੋਰ ਟੂਲ ਸ਼ਾਮਲ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਕੋਲ ਹੋਵੇਗਾ। ਅਤੇ ਫੀਚਰ ਮੈਨੇਜਰ, ਜਿਵੇਂ ਕਿ ਮੈਂ ਕਿਹਾ ਹੈ ਕਿ ਉਹ ਥਿੰਗਸ ਇੱਥੇ ਪਹਿਲੇ ਬਟਨ ਤੇ ਉਪਲਬਧ ਹੋਣਗੀਆਂ ਜੋ ਤੁਹਾਡੇ ਫਰੰਟ ਟੌਪ ਰਾਈਟ ਹਨ ਅਤੇ ਜੋ ਵੀ ਅਧਿਐਨ ਅਸੀਂ ਕੀਤਾ ਹੈ। ਅਤੇ ਐਡੀਸ਼ਨਲ ਟਾਸਕ ਜੋ ਅਸੀਂ ਕਰਨਾ ਚਾਹੁੰਦੇ ਹਾਂ, ਉਹ ਇਸ ਟਾਸਕ ਪਲੇਨ ਤੇ ਦਿੱਤਾ ਜਾਵੇਗਾ। ਜਦੋਂ ਅਸੀਂ ਥਿੰਗਸ ਤੇ ਕਲਿੱਕ ਕਰਦੇ ਹੋਏ ਖੋਲ੍ਹਦੇ ਹਾਂ ਤਾਂ ਅਸੀਂ ਇਹਨਾਂ ਥਿੰਗਸ ਨੂੰ ਬਿਹਤਰ ਢੰਗ ਨਾਲ ਸਮਝ ਸਕਾਂਗੇ। ਖਾਸ ਤੌਰ ਤੇ ਸੋਲਿਡ ਵਰਕਸ। ਜੇਕਰ ਅਸੀਂ ਇਸ ਨੂੰ ਡਿਵਾਈਡ ਕਰਨ ਜਾ ਰਹੇ ਹਾਂ ਤਾਂ ਮੁੱਖ ਤੌਰ ਤੇ 3 ਪਾਰਟ ਹੁੰਦੇ ਹਨ। 1. ਤੁਸੀਂ ਇੰਡੀਵਿਜੂਅਲ ਪਾਰਟਸ ਨੂੰ ਤਿਆਰ ਕਰਦੇ ਹੋ, ਉਹਨਾਂ ਨੂੰ ਇੰਡੀਵਿਜੂਅਲ ਫਾਈਲਸ ਨੂੰ ਸੇਵ ਕਰਦੇ ਹੋ, ਫਿਰ ਉਹਨਾਂ ਇੰਡੀਵਿਜੂਅਲ ਪਾਰਟਸ ਨੂੰ ਅਸੈਂਬਲ ਕਰਨ ਲਈ ਇੰਪੋਰਟ ਕਰੋ। ਇਸ ਦਾ ਮਤਲਬ ਹੈ ਕਿ ਉਦਾਹਰਨ ਲਈ ਮੈਂ ਇਹ ਬਾਇਸਿਕਲ ਕੰਸਟਰਕਟ ਕਰਨਾ ਚਾਹੁੰਦਾ ਹਾਂ। ਸ਼ਾਇਦ ਮੈਂ ਇੱਕ ਕਲਮ ਵਰਗੀ ਕੋਈ ਚੀਜ਼ ਕੰਸਟਰਕਟ ਕਰਨਾ ਚਾਹੁੰਦਾ ਹਾਂ। ਮੈਂ ਕੀ ਕਰਾਂਗਾ? ਮੈਂ ਇੱਕ ਕੈਪ ਤਿਆਰ ਕਰਾਂਗਾ। ਮੈਂ ਇੱਕ ਰੀਫਿਲ ਤਿਆਰ ਕਰਾਂਗਾ। ਮੈਂ ਕੁਝ ਬਾਟਮ ਪੋਰਸ਼ਨ ਵਰਗਾ ਤਿਆਰ ਕਰਾਂਗਾ। ਇੰਡੀਵਿਜੂਅਲ ਪਾਰਟਸ ਨੂੰ ਸੇਵ ਕਰੋ, ਫਿਰ ਧਿਆਨ ਨਾਲ ਲੋਡ ਕਰੋ।
ਉਹਨਾਂ ਨੂੰ ਕੱਸ ਦਿਓ ਤਾਂ ਕਿ ਇੱਕ ਪੈਨ ਵਰਗਾ ਇੱਕ ਕੰਬਾਈਨਡ ਪਾਰਟ ਬਣਾਇਆ ਜਾ ਸਕੇ। ਸਿਮਿਲਰ ਥਿੰਗ ਸਾਈਕਲ ਲਈ ਵੀ ਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਸੀਟ ਤਿਆਰ ਕਰਦੇ ਹੋ, ਚੇਨ ਸਪ੍ਰੋਕੇਟ ਵਹੀਲ ਟਾਇਰ ਦੇ ਇੰਡੀਵਿਜੂਅਲ ਪਾਰਟਸ ਜਿਸ ਨੂੰ ਤੁਸੀਂ ਧਿਆਨ ਨਾਲ ਤਿਆਰ ਕਰੋ। ਉਹਨਾਂ ਨੂੰ ਸੇਵ ਕਰੋ, ਫਿਰ ਉਹਨਾਂ ਨੂੰ ਲੋਡ ਕਰੋ, ਅਸੈਂਬਲ ਕਰੋ ਅਤੇ ਓਬਜੈਕਟਸ ਦੀ ਵਿਜ਼ੂਅਲਾਈਜ਼ ਕਰੋ। ਅਤੇ ਤੁਸੀਂ ਉਸ ਇਨਫੋਰਮੇਸ਼ਨ ਨੂੰ ਸਥਾਨਕ ਦੁਕਾਨਦਾਰ ਵਰਗੇ ਕਿਸੇ ਵਿਅਕਤੀ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹੋ। ਤਾਂ ਤਰੀਕਾ ਇਹ ਹੈ ਕਿ ਤੁਸੀਂ ਡਰਾਇੰਗ ਸ਼ੀਟ ਵਾਂਗ ਕੁਝ ਬਣਾਉਂਦੇ ਹੋ। ਸੋ ਇੱਕ ਵਾਰ ਜਦੋਂ ਤੁਸੀਂ ਤਿਆਰ ਕਰ ਲਓ ਕਿ ਡਰਾਇੰਗ ਸ਼ੀਟ ਬਣਾਉਣ ਦੀ ਆਪਸ਼ਨ ਹੈ ਤਾਂ ਕਲਿੱਕ ਕਰੋ ਕਿ ਇਹ ਤੁਹਾਨੂੰ 2 ਡਾਇਮੈਂਸ਼ਨਲ ਪਿਕਚਰ ਦਿੰਦਾ ਹੈ ਜੋ ਤੁਸੀਂ ਆਸਾਨੀ ਨਾਲ ਕਿਸੇ ਨਾਲ ਵੀ ਸਾਂਝਾ ਕਰ ਸਕਦੇ ਹੋ। ਜੋ ਕੋਈ ਵੀ ਮੈਨੂਫੈਕਚਰ ਕਰਨ ਜਾ ਰਿਹਾ ਹੈ ਉਹ ਇਸ ਨੂੰ ਤਿਆਰ ਕਰੇਗਾ। ਇਸ ਲਈ ਜੇਕਰ ਅਸੀਂ ਇਸ ਥਿੰਗ ਨੂੰ ਸੰਖੇਪ ਕਰਨ ਜਾ ਰਹੇ ਹਾਂ ਤਾਂ ਤੁਸੀਂ ਓਬਜੈਕਟਸ ਨੂੰ ਤਿਆਰ ਕਰੋ। ਜੇਕਰ ਇਹ ਇੱਕ ਹੀ ਓਬਜੈਕਟ ਹੈ ਜੋ ਤੁਸੀਂ ਤਿਆਰ ਕਰਨ ਜਾ ਰਹੇ ਹੋ, ਤਾਂ ਤੁਸੀਂ ਪਾਰਟ ਡਰਾਇੰਗ ਕਹਿੰਦੇ ਹੋ। ਇੱਥੇ ਵੀ ਅਸੀਂ ਸਿਰਫ ਇੱਕ ਹੀ ਓਬਜੈਕਟ ਪਾਰਟ ਤਿਆਰ ਕਰਨ ਜਾ ਰਹੇ ਹਾਂ। ਇਸ ਨੂੰ ਮੈਂ ਪਾਰਟ 1 ਦੇ ਅਤੇ ਮੈਂ ਇਸ ਨੂੰ ਪਾਰਟ 2 ਦੇ ਰੂਪ ਵਿੱਚ ਸੇਵ ਕਰਾਂਗਾ। ਫਿਰ ਮੈਂ ਇਸ ਨੂੰ ਅਸੈਂਬਲ ਕਰਨਾ ਚਾਹੁੰਦਾ ਹਾਂ। ਫਿਰ ਮੈਂ ਹਰੇਕ ਇੰਡੀਵਿਜੂਅਲ ਪਾਰਟ ਲੋਡ ਕਰਦਾ ਹਾਂ। ਮੈਂ ਹਰੇਕ ਇੰਡੀਵਿਜੂਅਲ ਪਾਰਟ ਤਿਆਰ ਕਰਾਂਗਾ। ਇਸ ਨੂੰ ਲੋਡ ਕਰੋ ਅਤੇ ਇੱਕ ਮੀਟਿੰਗ ਬਣਾਓ ਤਾਂ ਜੋ ਇੱਕ ਸਿੰਗਲ ਆਬਜੈਕਟ ਅਸੈਂਬਲੀ ਵਜੋਂ ਸਾਨੂੰ ਮਿਲ ਸਕੇ। ਇਹ ਸਭ ਚੀਜ਼ਾਂ ਦਾ ਸਹੀ ਤਰੀਕਾ ਹੈ। ਅਤੇ ਇਸ ਤੋਂ ਬਾਅਦ ਅਸੀਂ ਇੱਕ ਡਰਾਇੰਗ ਸ਼ੀਟ ਤਿਆਰ ਕਰਨਾ ਚਾਹੁੰਦੇ ਹਾਂ। ਉੱਥੇ ਬਟਨ ਆਪਸ਼ਨਜ਼ ਹੋਣਗੇ। ਇੱਕ ਵਾਰ ਜਦੋਂ ਤੁਸੀਂ ਇਸ ਅਸੈਂਬਲੀ ਚੀਜ਼ ਨੂੰ ਇੰਡੀਵਿਜੂਅਲ ਪਾਰਟਸ ਤੋਂ ਬਣਾਉਂਦੇ ਹੋ ਤਾਂ ਉੱਥੇ ਬਟਨ ਹੋਣਗੇ ਜੋ ਤੁਸੀਂ ਕਲਿੱਕ ਕਰੋਗੇ। ਇਹ ਕੁਝ ਅਜਿਹਾ ਬਣਾਉਂਦਾ ਹੈ ਜਿਵੇਂ ਕਿ ਟੌਪ ਵਿਊ ਕੀ ਹੈ, ਫਰੰਟ ਵਿਊ ਕੀ ਹੈ, ਸਾਈਡ ਵਿਊ ਕੀ ਹੈ, ਅਤੇ ਕਿਹੜੇ ਮਟੀਰੀਅਲਸ ਦੀ ਵਰਤੋਂ ਕੀਤੀ ਗਈ ਹੈ ਜਿਸ ਦਾ ਨਾਮ ਉੱਥੇ ਹੈ ਅਤੇ ਜਦੋਂ ਉਹਨਾਂ ਨੇ ਤਿਆਰ ਕੀਤਾ ਹੈ ਅਤੇ ਇਸ ਤਰ੍ਹਾਂ ਦੀਆਂ ਹੋਰ ਥਿੰਗਸ ਅਤੇ ਤੁਹਾਨੂੰ ਉਹ ਡਾਇਮੈਂਸ਼ਨ ਵੀ ਮੈਨੂਅਲ ਲੈਵਲ ਤੇ ਦਿੰਦਾ ਹੈ। ਅਸੀਂ ਇਹ ਫੈਸਲਾ ਕਰਦੇ ਹਾਂ ਕਿ ਉਹ ਸ਼ੀਟ ਕੀ ਹੋਣੀ ਚਾਹੀਦੀ ਹੈ। ਡਰਾ ਕਰੋ, ਇਸ ਨੂੰ ਧਿਆਨ ਨਾਲ ਵੰਡੋ ਜਿਵੇਂ ਕਿ ਪਿਛਲੀਆਂ ਕਲਾਸਾਂ ਵਿੱਚ ਅਸੀਂ ਦੇਖਿਆ ਡਿਵੀਜ਼ਨ ABCD 1 2 3 4 ਅਤੇ ਇਹ ਯੂਨਿਟਸ ਹੈ ਅਤੇ ਸ਼ਾਇਦ ਟਾਈਟਲ ਲੇਬਲ ਵਰਗਾ ਕੁਝ। ਇਹ ਸਭ ਚੀਜ਼ਾਂ ਅਸੀਂ ਇਸ ਨੂੰ ਹੱਥੀਂ ਤਿਆਰ ਕਰ ਰਹੇ ਹਾਂ। ਪਰ ਇੱਥੇ ਸਾਫਟਵੇਅਰ ਲੈਵਲ ਤੇ ਜੋ ਤੁਸੀਂ ਸਿੱਧੇ ਤੌਰ ਤੇ ਡਾਇਮੈਂਸ਼ਨ ਦੀ ਵਰਤੋਂ ਕਰਦੇ ਹੋ ਜੋ ਤੁਸੀਂ ਇਸ ਨੂੰ ਅਸੈਂਬਲ ਕਰਦੇ ਹੋ। ਫਿਰ ਤੁਸੀਂ ਉਹਨਾਂ ਪਾਰਟਸ ਨੂੰ ਵੱਖ ਕਰਨਾ ਚਾਹੁੰਦੇ ਹੋ। ਤੁਸੀਂ ਉਹਨਾਂ ਇੰਡੀਵਿਜੂਅਲ ਡਰਾਇੰਗ ਨੂੰ ਤੁਰੰਤ ਬਣਾ ਸਕਦੇ ਹੋ, ਜਾਂ ਤਾਂ ਅਸੈਂਬਲੀ ਲਈ ਜਾਂ ਪਾਰਟ ਡਰਾਇੰਗ ਲਈ ਜੋ ਤੁਸੀਂ ਬਣਾ ਸਕਦੇ ਹੋ। ਇੱਥੇ ਸਾਡੇ ਕੋਲ ਉਹ ਪਾਰਟ ਡਰਾਇੰਗ ਇਨਫੋਰਮੇਸ਼ਨ ਹੈ। ਜੇਕਰ ਇਹ ਅਸੈਂਬਲੀ ਹੈ ਤਾਂ ਤੁਹਾਡੇ ਕੋਲ ਇੰਡੀਵਿਜੂਅਲ ਪਾਰਟਸ ਹੋਣਗੇ ਅਤੇ ਆਈਸੋਮੈਟ੍ਰਿਕ ਵਿਊ ਵੀ ਤੁਹਾਨੂੰ ਤੁਰੰਤ ਪ੍ਰਾਪਤ ਹੋ ਜਾਵੇਗਾ। ਇਸ ਸੌਫਟਵੇਅਰ ਦੁਆਰਾ ਸਾਰੇ ਮੈਨੂਅਲ ਲੇਬੋਰੀਅਸ ਟਾਸਕ ਬਹੁਤ ਆਸਾਨੀ ਨਾਲ ਕੀਤੇ ਜਾਣਗੇ। ਸੋਲਿਡਵਰਕਸ ਵਿੱਚ ਹੋਰ ਕੀਵਰਡ ਵੀ ਸ਼ਾਮਲ ਹਨ। ਉਦਾਹਰਨ ਲਈ, ਇੱਕ ਵਾਰ ਜਦੋਂ ਤੁਸੀਂ ਇਸ ਸੋਲਿਡਵਰਕਸ ਡਰਾਇੰਗ ਨੂੰ ਤਿਆਰ ਕਰਦੇ ਹੋ, ਤਾਂ ਉੱਥੇ ਕੁਝ ਅਜਿਹਾ ਹੋਵੇਗਾ ਜਿਵੇਂ ਬੌਸ ਐਕਸਟਰੂਡ ਕੱਟ ਹੋਲ ਕਾਈਂਡ ਦੀ ਥਿੰਗ। ਜੋ ਵੀ ਆਪਰੇਸ਼ਨ ਅਸੀਂ ਕਰ ਰਹੇ ਹਾਂ ਇਹ ਕੱਟ ਹੈ। ਇਹ ਇਸ ਤਰ੍ਹਾਂ ਦੇ ਸਰਫੇਸਜ਼ ਨੂੰ ਭਰਨ ਵਰਗਾ ਕੁਝ ਹੋ ਸਕਦਾ ਹੈ। ਇਹ ਵੀ ਕੱਟਿਆ ਜਾਂਦਾ ਹੈ ਕਿ ਐਕਸਟਰੂਸ਼ਨ ਹੋ ਸਕਦਾ ਹੈ ਕਿਉਂਕਿ ਪਹਿਲਾਂ ਅਸੀਂ ਓਬਜੈਕਟ ਕੰਸਟਰਕਟ ਕੀਤਾ ਹੈ। ਇਸ ਤਰ੍ਹਾਂ ਦਾ ਕੋਈ ਅਤੇ ਫਿਰ ਉਸ ਨੂੰ 3 ਡਾਇਮੈਂਸ਼ਨ ਵਿੱਚ ਪੇਸ਼ ਕੀਤਾ ਹੈ ਅਤੇ ਉਹ ਮਟੀਰੀਅਲ ਭਰਿਆ ਹੈ। ਉਹ ਓਬਜੈਕਟ ਸਾਨੂੰ ਇਹ ਸਾਰੇ ਆਪਰੇਸ਼ਨ ਮਿਲ ਗਏ ਹਨ ਜੋ ਤੁਹਾਡੇ ਕੋਲ ਇਸ ਫੀਚਰ ਮੈਨੇਜਰ ਤੇ ਹੋਣਗੇ। ਅਸੀਂ ਜੋ ਵੀ ਆਪਰੇਸ਼ਨ ਕਰ ਰਹੇ ਹਾਂ ਉਹ ਬਿਲਕੁਲ ਸਪਸ਼ਟ ਹੋਵੇਗਾ। ਭਾਵੇਂ ਅਸੀਂ ਇੱਕ ਲੇਬਲ ਤੇ ਕੋਈ ਗਲਤੀ ਕਰ ਰਹੇ ਹਾਂ, ਅਸੀਂ ਡਿਲੀਟ ਕਰ ਸਕਦੇ ਹਾਂ ਅਤੇ ਬਾਕੀ ਥਿੰਗਸ ਨਾਲ ਜਾਰੀ ਰੱਖ ਸਕਦੇ ਹਾਂ। ਇਹ ਵਿਸ਼ੇਸ਼ਤਾਵਾਂ ਸੋਲਿਡਵਰਕਸ ਵਿੱਚ ਇੱਕ ਪਾਵਰਫੁਲ ਕਨਸੈਪਟ ਹੈ। ਕੋਈ ਵੀ ਚੀਜ਼ ਜਿਸ ਨੂੰ ਅਸੀਂ ਬੇਸ ਫੀਚਰ ਕਹਿੰਦੇ ਹਾਂ, ਉਹ ਪ੍ਰੀਲਿਮਿਨਰੀ ਵਰਜ਼ਨ ਜਾਂ ਡਰਾਇੰਗ ਦਾ ਸਟਾਰਟਿੰਗ ਵਰਜ਼ਨ ਹੈ। ਉਦਾਹਰਨ ਲਈ, ਮੈਂ ਇਸ ਓਬਜੈਕਟ ਨੂੰ ਕੰਸਟਰਕਟ ਕਰਨਾ ਚਾਹੁੰਦਾ ਹਾਂ। ਹੋ ਸਕਦਾ ਹੈ ਕਿ ਮੈਂ ਪੋਰਸ਼ਨ ਵਿੱਚ ਨਾ ਹੋਵਾਂ। ਸਭ ਤੋਂ ਪਹਿਲਾਂ ਚੀਜ਼ਾਂ ਨੂੰ ਕੱਟ ਕੇ ਹੋਲ ਬਣਾ ਲਓ ਅਤੇ ਹੋਰ ਪਹਿਲਾਂ ਮੈਂ ਇੱਕ ਰੈਕਟੈਂਗੂਲਰ ਬਲਾਕ ਵਰਗਾ ਕੁਝ ਬਣਾਵਾਂਗਾ ਜਿਸ ਤੇ ਮੈਂ ਆਪਰੇਸ਼ਨ ਕਰਾਂਗਾ ਜਿਵੇਂ ਕਿ ਉਸ ਪੋਰਸ਼ਨ ਨੂੰ ਰਿਮੂਵ ਕਰਨਾ। ਇਹ ਸਾਰਾ ਪੋਰਸ਼ਨ ਅਸੀਂ ਹਟਾ ਰਹੇ ਹਾਂ। ਸਭ ਤੋਂ ਪਹਿਲਾਂ ਜੋ ਅਸੀਂ ਧਿਆਨ ਨਾਲ ਕੰਸਟਰਕਟ ਕਰਨ ਜਾ ਰਹੇ ਹਾਂ, ਜਿਸ ਨੂੰ ਅਸੀਂ ਬੇਸ ਫੀਚਰ ਕਹਿੰਦੇ ਹਾਂ। ਬੌਸ ਫੀਚਰ ਉਹ ਹੈ ਜਿੱਥੇ ਤੁਸੀਂ ਚੀਜ਼ਾਂ ਨੂੰ ਮਟੀਰੀਅਲ ਅਤੇ ਹੋਰ ਚੀਜ਼ਾਂ ਨੂੰ ਵਧਾਉਣ ਜਾ ਰਹੇ ਹੋ।
ਅਸੀਂ ਬੇਸ ਤਿਆਰ ਕੀਤਾ ਹੈ। ਅਸੀਂ ਬੌਸ ਇਨਫੋਰਮੇਸ਼ਨ ਜੋੜਨ ਜਾ ਰਹੇ ਹਾਂ ਐਕਸਟਰਾ ਥਿੰਗਸ ਅਤੇ ਹੋਰ ਕੀਵਰਡਸ ਵੀ ਸੋਲਿਡ ਵਰਕਸ ਲੈਵਲ ਵਿੱਚ ਸ਼ਾਮਲ ਹਨ। ਸਾਡੇ ਕੋਲ ਇਹ ਓਬਜੈਕਟ ਹੈ, ਜਿਵੇਂ ਕਿ ਅਸੀਂ ਰੈਕਟੈਂਗੂਲਰ ਥਿੰਗ ਤੋਂ ਤਿਆਰ ਕੀਤਾ ਹੈ, ਅਤੇ ਕਿਸੇ ਤਰ੍ਹਾਂ ਅਸੀਂ ਸਰਕਲ ਬਣਾਇਆ ਹੈ ਅਤੇ ਉਸ ਸਰਫੇਸ ਨੂੰ ਹਟਾ ਦਿੱਤਾ ਹੈ। ਉਹ ਥਿੰਗ ਜਿਸ ਨੂੰ ਅਸੀਂ ਕੱਟ ਕਹਿੰਦੇ ਹਾਂ। ਹੋਰ ਓਬਜੈਕਟਸ ਲਈ ਵੀ ਅਸੀਂ ਕੱਟਿਆ ਹੈ, ਪਰ ਇਹ ਇੱਕ ਸਮਾਨ ਕੱਟ ਵਾਂਗ ਹੈ ਜੋ ਅਸੀਂ ਕਰ ਰਹੇ ਹਾਂ। ਕੋਈ ਇੱਕ ਹੋਲ ਵਰਗੇ ਆਪਸ਼ਨ ਦੀ ਵਰਤੋਂ ਕਰ ਸਕਦਾ ਹੈ। ਤੁਸੀਂ ਸਿਰਫ ਇੱਕ ਡਰਿਲ ਹੋਲ ਬਣਾਉਣਾ ਚਾਹੁੰਦੇ ਹੋ, ਉਹ ਹੋਲ ਆਪਸ਼ਨਜ਼ ਤੁਰੰਤ ਉਪਲਬਧ ਹਨ। ਕੱਟ ਵਰਗੀ ਇੱਕ ਵਿਸ਼ੇਸ਼ ਫੀਚਰ ਲਈ ਐਡੀਸ਼ਨਲ ਕੰਪੋਨੈਂਟਸ ਦੀ ਲੋੜ ਹੁੰਦੀ ਹੈ, ਜਿਵੇਂ ਕਿ ਕੱਟ ਦੀ ਡੂੰਘਾਈ ਕੀ ਹੈ, ਆਰਕ ਅਤੇ ਹੋਰ ਆਪਸ਼ਨ ਜੋ ਸਾਨੂੰ ਥਿੰਗਸ ਤੇ ਕਲਿੱਕ ਕਰਕੇ ਪ੍ਰਦਾਨ ਕਰਨੇ ਪੈ ਸਕਦੇ ਹਨ। ਫਿਲੇਟ ਸਰਫੇਸ ਨਾਮਕ ਇੱਕ ਹੋਰ ਓਬਜੈਕਟ ਹੈ। ਇਸ ਲਈ ਸਾਡੇ ਕੋਲ ਪਹਿਲਾਂ ਹੀ ਓਬਜੈਕਟ ਹੈ ਕਿ ਅਸੀਂ ਇਸ ਨੂੰ ਇੱਕ ਸਮੂਥ ਕੋਰਨਰ ਵਿੱਚ ਗੋਲ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਆਪਸ਼ਨਜ਼ ਤੇ ਕਲਿੱਕ ਕਰਕੇ ਇੱਕ ਫਿਲੇਟ ਸਰਫੇਸ ਵਰਗਾ ਕੁਝ ਬਣਾਉਂਦੇ ਹਾਂ। ਅਸੀਂ ਇਹ ਦੇਖਾਂਗੇ ਜਦੋਂ ਅਸੀਂ ਸਿੱਖ ਰਹੇ ਹਾਂ। ਅਤੇ ਅਗਲੀ ਕਲਾਸ ਵਿੱਚ, ਅਸੀਂ ਇੱਕ ਪ੍ਰੈਕਟਿਸ ਥਿੰਗ ਦੇ ਰੂਪ ਵਿੱਚ ਸੋਲਿਡ ਵਰਕਸ ਨਾਲ ਸ਼ੁਰੂ ਕਰਾਂਗੇ। ਇਸ ਲਈ ਸਟੇਪ ਬਾਏ ਸਟੇਪ ਅਸੀਂ ਰੈਕਟੈਂਗਲ, ਇਲਿਪਸ, ਸਰਕਲ, ਕਰਵ ਬਣਾਵਾਂਗੇ। ਇਸ ਨੂੰ ਐਕਸਟਰੂਡ ਕਰਨ ਦੀ ਕੋਸ਼ਿਸ਼ ਕਰਾਂਗੇ, ਇਸ ਤਰ੍ਹਾਂ ਹੋਰ ਥਿੰਗਸ ਦੇਖਾਂਗੇ। ਤਾਂ ਮਿਲਦੇ ਹਾਂ ਅਗਲੀ ਕਲਾਸ ਵਿੱਚ। ਧੰਨਵਾਦ।